ਇਹ ਉੱਦਾਂ ਕਹਿ ਤਾਂ ਦੇਣ ਬਈ ਅਸੀਂ ਦੇਖੋ ਜੀ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਅਸੀਂ ਐਜ਼ ਐਨ ਇੰਡੀਵਿਜੂਅਲ ਇੱਕ ਵਿਅਕਤੀਗਤ ਜਿਹੜੀ ਆ ਸਾਡੀ ਇਹ ਲੜਾਈ ਹੈਗੀ ਆ, ਉਹਦੇ ਤੌਰ ਤੇ ਅਸੀਂ ਲੜ ਰਹੇ ਹਾਂ। ਉਹਨਾਂ ਦਾ ਪੂਰਾ ਨਾਂ ਸਰਦਾਰ ਭਰਮਤੋੜ ਸਿੰਘ ਦਸਾਂਝ ਹੈ, ਬੌਬ ਦਸਾਂਝ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ। ਸੋ ਉਹਨਾਂ ਦਾ ਵੀ ਕਾਫੀ ਦੇਰ ਤੋਂ ਇੱਕ ਵੱਡਾ ਭਰਮ ਹੈ ਇਲੈਕਸ਼ਨ ਲੜਨ ਦਾ। MP ਦੀ ਉਹਨਾਂ ਨੇ 2-3 ਵਾਰੀ ਟਰਾਈ ਕੀਤੀ ਆ, ਪਰ ਉਹ ਇੱਕ ਨਿੱਕੇ ਹੁੰਦਿਆਂ ਕਹਾਣੀ ਪੜ੍ਹਦੇ ਹੁੰਦੇ ਨੇ ਸਪਾਈਡਰਮੈਨ ਵਾਲੀ, ਟਰਾਈ ਅਗੇਨ ਵਾਲੀ। ਮੇਰੇ ਖਿਆਲ ਸਾਡੇ ਬਹੁਤੇ ਬੰਦੇ ਵਿਸ਼ਵਾਸ ਕਰਦੇ ਆ ਤੇ ਕਦੀ ਨਾ ਕਦੀ ਸਫਲਤਾ ਮਿਲ ਵੀ ਜਾਂਦੀ ਆ। ਤੇ ਇੱਕ ਸਰਵੇ ਰਿਪੋਰਟ ਆਈ ਹੈ 2-4 ਦਿਨ ਪਹਿਲਾਂ ਕਿ ਆਉਣ ਵਾਲੇ 10 ਸਾਲਾਂ ਨੂੰ ਟੋਰਾਂਟੋ ਜਿਹੜਾ ਹੈ ਇਹਦੀ 20% ਆਬਾਦੀ ਹੋਰ ਵੱਧ ਜਾਣੀ ਆ। 30% ਆਬਾਦੀ ਜਿਹੜੀ ਆ ਉਹ ਸਾਡੇ ਸੂਬੇ ਦੀ ਵੱਧ ਜਾਣੀ ਆ। ਇਹ ਗਿੱਲ ਸਾਹਿਬ ਬਹੁਤ ਫਿਕਰ ਵਾਲੀ ਗੱਲ ਹੈਗੀ ਆ। ਪੰਜਾਬੀਆਂ ਦੀ ਇਸੇ ਮਾਣਮੱਤੀ ਦੁਨੀਆ ਨੂੰ ਸਮਰਪਿਤ ਹੈ ਪੰਜਾਬੀ ਜਗਤ ਦਾ ਆਪਣਾ ਟੀਵੀ ਪੰਜਾਬੀ ਦੁਨੀਆ। ਟੀਵੀ ਪੰਜਾਬੀ ਦੁਨੀਆ ਲਈ ਤੁਹਾਡਾ ਵਿਸ਼ਵਾਸ ਤੇ ਸਾਥ ਸਾਡੀ ਤਾਕਤ ਹੈ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਜੁੜ ਗਏ ਨੇ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਹਰੀ। ਅਸੀਂ ਕਰਦੇ ਹਾਂ ਜੀ ਕੁਝ ਇੱਕ ਖਬਰਾਂ ਦੇ ਉੱਤੇ ਚਰਚਾ। ਸਾਰੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਤੇ ਨਾਲ ਹੀ ਪ੍ਰੋਫੈਸਰ ਸਾਹਿਬ ਦਾ ਵੀ ਕਰਦੇ ਹਾਂ ਜੀ ਸਵਾਗਤ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਤੁਹਾਨੂੰ ਤੇ ਟੀਵੀ ਪੰਜਾਬੀ ਦੁਨੀਆ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਇਲੈਕਸ਼ਨ ਸਾਡੀ ਲੋਕਲ ਬੋਡੀ ਗਵਰਨਮੈਂਟ ਦੀ ਆ ਗਈ ਕਾਲੋਂ ਸਾਹਿਬ, ਉਹਦੇ ਬਾਰੇ ਤੁਹਾਡੇ ਕੋਲ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਹਾਂ। ਮੇਅਰ ਦੀ ਇਲੈਕਸ਼ਨ 'ਚ ਐਤਕੀ ਕਾਫੀ ਰੁਚੀ ਦਿਖਾ ਰਹੇ ਲੋਕ ਆਪਣੇ, ਕੁਛ ਕੈਂਡੀਡੇਟ ਆਪਣੀ ਕਮਿਊਨਿਟੀ ਦੇ ਖੜੇ ਨੇ, ਮੀਡੀਆ ਤੇ ਭਾਈਚਾਰੇ 'ਚੋਂ ਵੀ ਸਾਡੇ ਬੌਬ ਦਸਾਂਝ ਜੀ ਖੜੇ ਆ, ਔਰ ਨਿੱਕੀ ਸਿੰਘ ਕਾਫੀ ਚਰਚਿਤ ਚਿਹਰਾ ਹੈ ਇੱਕ ਕੰਜ਼ਰਵੇਟਿਵ ਪਾਰਟੀ 'ਚ, ਉਹ ਨੇ ਕੰਜ਼ਰਵੇਟਿਵ ਪਾਰਟੀ ਦੇ ਹੀ ਰਹੇ ਨੇ। ਹਾਲਾਂਕਿ ਜਿਹੜੀਆਂ ਮਿਊਨਿਸਪਲ ਇਲੈਕਸ਼ਨਸ ਨੇ ਇਹ ਆਪਾਂ ਨੂੰ ਪਤਾ ਆ ਕਿ ਇਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਹੀਂ ਲੜੀਆਂ ਜਾਂਦੀਆਂ, ਪਰ ਫਿਰ ਵੀ ਪਾਰਟੀ ਦੀ ਕੋਈ ਪਾਲਿਸੀ ਹੁੰਦੀ ਹੈ ਸਰ ਇਹਨਾਂ 'ਚ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਪਾਰਟੀ ਆਪਣਾ ਕੋਈ ਇੱਕ ਅੱਧਾ ਕੈਂਡੀਡੇਟ 'ਤੇ ਤਾਂ ਭੇਜਦੀ ਹੋਏਗੀ ਕਿ ਆਪਣੀਆਂ ਵੋਟਾਂ ਨਾ ਵੰਡੀਆਂ ਜਾਣ। ਜੇ ਇੱਕੋ ਹੀ ਪਾਰਟੀ ਦੇ ਅਲੱਗ-ਅਲੱਗ ਲੋਕ ਜਿਹੜੇ ਆ ਉਹ ਖੜੇ ਹੋ ਜਾਣਗੇ ਤੇ ਫਿਰ ਪਾਰਟੀ ਨੂੰ ਕੋਈ ਨੁਕਸਾਨ ਹੁੰਦਾ? ਗਿੱਲ ਸਾਹਿਬ, ਇਹ ਬੜੀ ਦਿਲਚਸਪ ਗੱਲ ਆ। ਹਾਂ ਭਈ ਜਿਹੜੇ ਪੰਜਾਬੀ ਭਾਈਚਾਰੇ ਦੇ ਕੈਂਡੀਡੇਟਾਂ ਦੀ ਤੁਸੀਂ ਗੱਲ ਕੀਤੀ ਆ, ਜਿਨ੍ਹਾਂ ਦੇ ਵਿੱਚ ਐਡਵੋਕੇਟ ਨਿੱਕੀ ਸਿੰਘ ਆ, ਔਰ ਸਾਡੇ ਮੀਡੀਆ ਦੇ ਭਾਈਚਾਰੇ ਦੇ ਸਾਡੇ ਜਿਹੜੇ ਭਾਈਬੰਦ ਕਹਿ ਲਓ ਬੌਬ ਦਸਾਂਝ ਨੇ, ਤੇ ਦੂਜੇ ਬੰਨੇ ਜਿਹੜੇ ਇਸ ਵੇਲੇ ਪ੍ਰੈਜ਼ੈਂਟ ਮੇਅਰ ਨੇ ਮਿਸਟਰ ਪੈਟਰਿਕ ਬਰਾਊਨ, ਇਹਨਾਂ ਦੀ ਗਿੱਲ ਸਾਹਿਬ ਤੁਹਾਨੂੰ ਪਤਾ ਕਿ ਤਿੰਨਾਂ ਦੀ ਬੈਕਗਰਾਊਂਡ ਜਿਹੜੀ ਆ ਉਹ PC ਦੀ ਆ, ਹਾਂਜੀ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਆ। ਜਿਹੜੇ ਮੇਅਰ ਨੇ ਇਸ ਵੇਲੇ ਉਹ ਤੁਹਾਨੂੰ ਪਤਾ ਬਈ 18 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋਣ ਦੀ ਸੰਭਾਵਨਾ ਸੀਗੀ ਇਹਨਾਂ ਦੀ ਕਿ ਇਹ ਅਗਵਾਈ ਕਰਦੇ PC ਪ੍ਰੋਵਿੰਸ ਪਾਰਟੀ ਦੀ। ਉਦੋਂ ਕਿਸੇ ਕਾਰਨ ਕਰਕੇ ਇਹਨਾਂ ਨੂੰ ਉੱਥੋਂ ਵਾਪਸ ਆਉਣਾ ਪਿਆ। ਹੁਣ ਜਿਹੜੀ PC ਫੈਡਰਲ ਦੀ ਨੋਮੀਨੇਸ਼ਨ ਸੀਗੀ ਜਾਂ ਜਿਹੜੀ ਲੀਡਰਸ਼ਿਪ ਦੀ ਰੇਸ ਸੀਗੀ ਉਹਦੇ ਵਿੱਚੋਂ ਵੀ ਉਹ ਬਾਹਰ ਹੋ ਗਏ, ਤੇ ਇਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਬੈਕਗਰਾਊਂਡ ਆ, ਜਿਹੜਾ ਉਹਨਾਂ ਦਾ ਪਿਛੋਕੜ ਆ, ਉਹ PC ਦਾ ਹੈ। ਇਸੇ ਤਰ੍ਹਾਂ ਜਿਹੜੀ ਨਿੱਕੀ ਸਿੰਘ ਆ, ਨਿੱਕੀ ਕੌਰ, ਸੌਰੀ ਨਿੱਕੀ ਸਿੰਘ ਨਹੀਂ, ਉਹ ਨਿੱਕੀ ਕੌਰ ਹੈਗੀ ਆ, ਤੇ ਉਹ ਵੀ ਇਸੇ ਹੀ ਪਿਛੋਕੜ ਤੋਂ ਆਉਂਦੇ ਹੈਗੇ ਨੇ। ਔਰ ਸਾਡੇ ਭਾਈਚਾਰੇ ਦੇ ਬੌਬ ਦਸਾਂਝ ਜਿਹੜੇ ਕਿ ਨੀਲਾ ਰੰਗ ਜਿਹੜਾ ਉਹ ਕਾਫੀ ਦੇਰ ਤੋਂ ਬੰਨ੍ਹਦੇ ਆਏ ਨੇ, ਪੱਗ ਵੀ ਉਹ ਨੀਲੇ ਰੰਗ ਦੀ ਬੰਨ੍ਹਦੇ ਆ, ਮਤਲਬ ਕਿ ਉਹ ਵੀ PC ਦੀ ਬੈਕਗਰਾਊਂਡ ਹੈ ਉਹਨਾਂ ਦੀ ਵੀ। ਸੋ ਇਹ ਬੜੀ ਇੱਕ ਅਜੀਬ ਵਿਲੱਖਣ ਗੱਲ ਆ ਭਈ ਜਿਹੜੇ ਰੇਸ ਦੇ ਵਿੱਚ ਇਹ ਕੈਂਡੀਡੇਟ ਆਏ, ਜਿਨ੍ਹਾਂ ਦੇ ਵਿੱਚ ਇਸ ਵੇਲੇ ਜੋ ਸਮਝਿਆ ਜਾਂਦਾ ਉਹ
ਮੁੱਖ ਮੁਕਾਬਲਾ ਜਿਹੜਾ ਹੈਗਾ ਉਹ ਨਿੱਕੀ ਕੌਰ ਤੇ ਪੈਟਰਿਕ ਬਰਾਊਨ ਦੇ ਦਰਮਿਆਨ ਆ। ਔਰ ਜਿਵੇਂ ਆਪਾਂ ਗੱਲ ਕੀਤੀ ਆ ਕਿ ਨਿੱਕੀ ਕੌਰ ਵੀ ਤੇ ਪੈਟਰਿਕ ਬਰਾਊਨ ਵੀ ਇਹ ਪਿਛੋਕੜ ਦੇ ਤੌਰ ਤੇ ਇੱਕੋ ਹੀ ਪੋਲਿਟਿਕਸ ਦੇ ਪਿਛੋਕੜ ਵਾਲੇ ਹਨ, ਪਰ ਇਹ ਦਾਅਵਾ ਇੱਥੇ ਇਹ ਕੀਤਾ ਜਾਂਦਾ ਵੀ ਜਿਹੜੀ ਸਿਟੀ ਦੀ ਚੋਣ ਹੁੰਦੀ ਹੈਗੀ ਆ ਉਹਦੇ ਵਿੱਚ ਭਾਵੇਂ ਕੋਈ ਮੇਅਰ ਦੀ ਚੋਣ ਲੜਦਾ ਜਾਂ ਕਾਉਂਸਲਰ ਦੀ ਜਾਂ ਰੀਜਨਲ ਕਾਉਂਸਲਰ ਦੀ ਜਾਂ ਸਕੂਲ ਟਰਸਟੀ ਦੀ, ਉਹ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੁੰਦੇ। ਇਹ ਤੁਹਾਨੂੰ ਪਤਾ ਹੀ ਆ ਵੀ ਕਹਿਣ ਦੀਆਂ ਗੱਲਾਂ ਹੁੰਦੀਆਂ ਆ, ਜਿਹਦੀ ਹੁਣ ਬੈਕਗਰਾਉਂਡ ਜਿਹੜੀ ਪਾਰਟੀ ਦੀ ਆ ਉਹਦੇ ਨਾਲ ਉਹਦਾ ਸੰਬੰਧ ਕਿਵੇਂ ਨਹੀਂ ਹੋਊਗਾ। ਸੋ ਇਹ ਜਿਹੜੀ ਗੱਲ ਹੈਗੀ ਆ ਇਹ ਤੁਹਾਡੀ ਵਾਕਿਆ ਗੱਲ ਠੀਕ ਹੈਗੀ ਆ ਵੀ ਕੀ ਪਾਰਟੀ ਦੀ ਹਾਨੀ ਨਹੀਂ ਹੁੰਦੀ ਇਹਦੇ ਨਾਲ, ਵੀ ਇੱਕੋ ਪਾਰਟੀ ਦੇ ਪਿਛੋਕੜ ਵਾਲੇ ਕੈਂਡੀਡੇਟ ਆਪਸ ਦੇ ਵਿੱਚ ਚੋਣ ਲੜਨ ਤੇ ਜੇ ਕਿਤੇ ਕੋਈ ਇੱਕ ਧਿਰ ਦਾ ਮੁਕਾਬਲਾ ਹੋਵੇ ਤੇ ਉਹਦੇ ਵਿੱਚ ਉਹਦੀ ਜਿਹੜੀ ਪੋਲੀਟੀਕਲ ਅਫੀਲੀਏਸ਼ਨ ਹੈਗੀ ਆ ਕਿ ਉਸ ਪਾਰਟੀ ਨੂੰ ਕਿਵੇਂ ਨੁਕਸਾਨ ਹੋ ਸਕਦਾ। ਇਹ ਉੱਦਾਂ ਕਹਿ ਤਾਂ ਦੇਣ ਵੀ ਅਸੀਂ ਦੇਖੋ ਜੀ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਅਸੀਂ ਐਜ਼ ਐਨ ਇੰਡੀਵਿਜੂਅਲ ਇੱਕ ਵਿਅਕਤੀਗਤ ਜਿਹੜੀ ਆ ਸਾਡੀ ਇਹ ਲੜਾਈ ਹੈਗੀ ਆ ਉਹਦੇ ਤੌਰ ਤੇ ਅਸੀਂ ਲੜ ਰਹੇ ਹਾਂ। ਤੇ ਆਮ ਲੋਕ ਜਿਹੜੇ ਨੇ ਉਹ ਜਦੋਂ ਵੇਖਦੇ ਆਉਂਦੇ ਆ ਵੀ ਇਹ ਬੰਦਾ ਜੀ ਪ੍ਰੋਵਿੰਸ਼ੀਅਲ ਲੀਡਰਸ਼ਿਪ ਲਈ ਵੀ ਉਮੀਦਵਾਰ ਸੀਗਾ, ਫੈਡਰਲ ਲੀਡਰਸ਼ਿਪ ਲਈ ਵੀ ਉਮੀਦਵਾਰ ਸੀਗਾ, ਤੇ ਇਹ ਹੁਣ ਗੈਰ ਪੋਲੀਟੀਕਲ ਰਾਤੋਂ ਰਾਤ ਕਿਵੇਂ ਹੋ ਗਿਆ ਕਿ ਉਹਨੂੰ ਕੋਈ ਜਿੱਦਾਂ ਸਾਡੇ ਭਾਰਤ ਦੇ ਵਿੱਚ ਪਾਪ ਬਖਸ਼ਾਉਣ ਲਈ ਗੰਗਾ ਜਲ ਛਿੜਕ ਲੈਂਦੇ ਨੇ ਜਾਂ ਗੰਗਾ ਇਸ਼ਨਾਨ ਕਰ ਲੈਂਦੇ ਨੇ, ਵੀ ਕੀ ਇਹ ਗੰਗਾ ਇਸ਼ਨਾਨ ਕਰ ਲਿਆ ਮਤਲਬ ਬਈ ਇਹ ਨਿਆਗਰਾ ਫਾਲ ਦਰਿਆ 'ਚ ਨਹਾ ਕੇ ਆ ਗਿਆ ਵੀ ਹੁਣ ਇਹਦੇ ਤੋਂ ਜਿਹੜੀ ਇਹਦੀ ਪੋਲੀਟੀਕਲ ਅਫੀਲੀਏਸ਼ਨ ਆ ਉਹਦੀ ਕੁੰਜ ਜਿਹੜੀ ਆ ਉਹ ਲੱਥ ਗਈ ਆ ਤੇ ਹੁਣ ਇਹ ਨਰੋਲ ਗੈਰ ਪੋਲੀਟੀਕਲ ਬਣ ਗਿਆ। ਗੈਰ ਪੋਲੀਟੀਕਲ ਕੋਈ ਨਹੀਂ ਹੁੰਦਾ ਜੀ। ਤੇ ਇਹ ਗੱਲਾਂ ਜਿਹੜੀਆਂ ਨੇ ਉਹ ਹਰ ਬੰਦਾ ਜਿਹੜਾ ਜੀ ਉਹ ਇੰਡੀਵਿਜੂਅਲ ਆਪਣਾ ਫਾਇਦਾ ਦੇਖਦਾ ਆ, ਪਾਰਟੀ ਦਾ ਫਾਇਦਾ ਦੇਖਣਾ, ਸਮਾਜ ਦਾ ਫਾਇਦਾ ਦੇਖਣਾ, ਸ਼ਹਿਰ ਦਾ ਫਾਇਦਾ ਦੇਖਣਾ, ਉਹ ਮੈਨੂੰ ਲੱਗਦਾ ਗਿੱਲ ਸਾਹਿਬ ਉਹ ਜਿੱਦਾਂ ਕਹਿ ਸਕਦੇ ਆ ਵੀ ਜਿਵੇਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹੋ ਗਈਆਂ ਹੋਣ। ਪ੍ਰੋਫੈਸਰ ਸਾਹਿਬ ਜਿੱਦਾਂ ਤੁਸੀਂ ਵਿਸਤਾਰ 'ਚ ਦੱਸ ਹੀ ਦਿੱਤਾ, ਮੈਂ ਵੀ ਇਹ ਤੁਹਾਡੇ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਹ ਨਹੀਂ ਹੋ ਸਕਦਾ ਕਿ ਇੱਕ ਵਿਅਕਤੀ ਸਾਰੀ ਉਮਰ ਕਿਸੇ ਪਾਰਟੀ ਦਾ ਵਫਾਦਾਰ ਰਿਹਾ ਹੋਵੇ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਇੰਟਰਸਟ ਹੋਵੇ ਤੇ ਉੱਥੇ ਉਹ ਕਹੇ ਕਿ ਮੈਂ ਤਾਂ ਗੈਰ ਸਿਆਸੀ ਬੰਦਾ। ਇਹ ਤਾਂ ਗੱਲ ਸਮਝ ਆ ਗਈ, ਪਰ ਮੈਂ ਇਹ ਸਮਝਦਾ ਕਿ ਪੈਟਰਿਕ ਬਰਾਊਨ ਨੂੰ ਕਿਸੇ ਤਰ੍ਹਾਂ ਵੀ ਹੁਣ ਪੀਸੀ ਦਾ ਕੈਂਡੀਡੇਟ ਜਾਂ ਪੀਸੀ ਦਾ ਬੰਦਾ ਨਹੀਂ ਸਮਝਣਾ ਚਾਹੀਦਾ। ਉਹਨਾਂ ਦਾ ਗਰੁੱਪ ਹੋ ਸਕਦਾ ਥੋੜ੍ਹਾ ਬਹੁਤਾ ਉਹਨਾਂ ਨਾਲ ਹੋਵੇ, ਪਾਰਟੀ ਨੇ ਤੇ ਹਰ ਵਾਰ ਉਹਨਾਂ ਨੂੰ ਰੱਦ ਕਰ ਦਿੱਤਾ ਜਿੱਥੇ ਵੀ ਜਾਂਦੇ ਆ। ਹੁਣ ਉਹ ਫੈਡਰਲ ਦੇ ਲੀਡਰਸ਼ਿਪ ਚੋਣ 'ਚ ਸੀ, ਉਹਨਾਂ ਨੇ ਫਿਰ ਉਹਨੂੰ ਬਾਹਰ ਕੱਢਤਾ। ਉਸ ਤੋਂ ਪਹਿਲਾਂ ਜਦੋਂ ਉਹ ਆਪਣੀ ਪ੍ਰੋਵਿੰਸ ਦੀ ਲੀਡਰਸ਼ਿਪ ਰੇਸ 'ਚ ਉਦੋਂ ਬਾਹਰ ਕੱਢਤਾ। ਯਾਨੀ ਕਿ ਪਾਰਟੀ ਵੱਲੋਂ ਤੇ ਉਹਨਾਂ ਨੂੰ ਇੱਕ ਕਿਸਮ ਦਾ ਛੇਕਿਆ ਹੋਇਆ ਆ ਤੇ ਉਹਨਾਂ ਨੂੰ ਤਾਂ ਤੁਸੀਂ ਹੁਣ ਪੀਸੀ ਦਾ ਕੈਂਡੀਡੇਟ ਨਹੀਂ ਕਹਿ ਸਕਦੇ। ਹਾਂ, ਉਹਨਾਂ ਦਾ ਧੜਾ ਹੋ ਸਕਦਾ, ਕੁਝ ਵਿਅਕਤੀ ਉਹਨਾਂ ਦੇ ਪਰਸਨਲੀ ਜਿਹੜੇ ਉਹਨਾਂ ਦੇ ਨਾਲ ਚੱਲਦੇ ਆਏ ਹੋਣਗੇ ਉਹ ਉਹਨਾਂ ਦੀ ਸਪੋਰਟ ਤੇ ਹੋ ਸਕਦੇ ਆ, ਪਰ ਜਿੱਥੋਂ ਤੱਕ ਪੀਸੀ ਦਾ ਕੈਂਡੀਡੇਟ ਮੈਂ ਉਹਨਾਂ ਨੂੰ ਕੰਸੀਡਰ ਨਹੀਂ ਕਰਦਾ। ਪਰ ਦੂਜੇ ਪਾਸੇ ਸਾਡੇ ਭਾਈਚਾਰੇ ਦੇ ਜਿਹੜੇ ਦੋ ਕੈਂਡੀਡੇਟ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ, ਇੱਕ ਤਾਂ ਨੀਲੀ ਪੱਗ ਬੰਨ੍ਹ ਕੇ ਕਾਫੀ ਦੇਰ ਤੋਂ ਸਰਗਰਮ ਨੇ ਸਾਡੇ ਬੌਬ ਦਸਾਂਝ ਜੀ, ਉਹਨਾਂ ਦਾ ਪੂਰਾ ਨਾਂ ਸਰਦਾਰ ਭਰਮਤੋੜ ਸਿੰਘ ਦਸਾਂਝ ਹੈ, ਬੌਬ ਦਸਾਂਝ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ। ਸੋ ਉਹਨਾਂ ਦਾ ਵੀ ਕਾਫੀ ਦੇਰ ਤੋਂ ਇੱਕ ਵੱਡਾ ਭਰਮ ਹੈ ਇਲੈਕਸ਼ਨ ਲੜਨ ਦਾ। ਐਮਪੀ ਦੀ ਉਹਨਾਂ ਨੇ 2-3 ਵਾਰੀ ਟਰਾਈ ਕੀਤੀ ਆ, ਪਰ ਉਹ ਇੱਕ ਨਿੱਕੇ ਹੁੰਦਿਆਂ ਕਹਾਣੀ ਪੜ੍ਹਦੇ ਹੁੰਦੇ ਨੇ ਸਪਾਈਡਰਮੈਨ ਵਾਲੀ, ਟਰਾਈ ਅਗੇਨ ਵਾਲੀ। ਮੇਰੇ ਖਿਆਲ ਸਾਡੇ ਬਹੁਤੇ ਬੰਦੇ ਵਿਸ਼ਵਾਸ ਕਰਦੇ ਆ ਤੇ ਕਦੀ ਨਾ ਕਦੀ ਸਫਲਤਾ ਮਿਲ ਵੀ ਜਾਂਦੀ ਆ। ਤੁਸੀਂ ਜਗਦੀਸ਼ ਗਰੇਵਾਲ ਹੋਰਾਂ ਦਾ ਵੇਖ ਲਓ, 2 ਵਾਰੀ ਉਹਨਾਂ ਨਾਲ ਵੀ ਅਣਹੋਣੀ ਹੋਈ, ਫਿਰ ਉਹਨਾਂ ਨੇ ਮੁੰਡੇ ਨੂੰ ਘਿਲਾਰਿਆ ਤੇ ਐਰਕੀ ਆਖਰਕਾਰ ਕਿਤੇ ਨਾ ਕਿਤੇ ਨੌ ਆੜੀ ਜਾਂਦਾ ਨਾ ਜੀ। ਤੇ ਇਸ ਤਰ੍ਹਾਂ ਦੀ ਵੀ ਜਿਹੜੀ ਟਰਾਈ ਗੇਨ ਵਾਲੀ ਹੈਗੀ ਆ ਕਿ ਦਿਲ ਨਾ ਛੱਡੋ, ਲੱਗੇ ਰਹੋ, ਕੋਈ ਨਹੀਂ ਕਦੀ ਬਣ ਜੂਗੀ। ਇਸੇ ਤਰ੍ਹਾਂ ਹੀ ਇੱਕ ਵਾਰੀ ਜਿਹੜੇ ਸਾਡੇ ਸਪੋਰਟਸ ਮਿਨਿਸਟਰ ਰਹੇ ਨੇ, ਮੇਰੇ ਖਿਆਲ ਬਲਜੀਤ ਉਹਨਾਂ ਦਾ ਨਾਂ ਸੀਗਾ, ਉਹ 7 ਵਾਰ ਲਗਾਤਾਰ ਇਲੈਕਸ਼ਨ ਹਾਰੇ ਤੇ 8ਵੀਂ ਵਾਰ ਜਿੱਤੇ ਤੇ ਉਹਨਾਂ ਨੂੰ ਸਿੱਧਾ ਹੀ ਫੈਡਰਲ ਦੇ ਵਿੱਚ ਲੀਡਰ ਆਪਣੇ ਇੱਕ ਮਿਨਿਸਟਰ ਬਣਾ ਲਿਆ ਗਿਆ ਸੀਗਾ। ਉਹ ਗੱਲ ਵੱਖਰੀ ਹੈ ਵੀ ਉਹਨਾਂ ਲੋਕਾਂ ਨੇ ਜਾ ਕੇ ਉੱਥੇ ਕੀਤਾ ਕਿ ਕਿੰਨੇ ਕੁ ਕੈਲੀਬਰ ਦੇ ਮਾਲਕ ਸੀ, ਕਿੰਨਾ ਕੁ ਉਹਨਾਂ ਨੇ ਭਾਈਚਾਰੇ ਦਾ ਜਾਂ ਕਿਸੇ ਹੋਰ ਦਾ ਸਵਾਰਿਆ। ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਵੀ ਦੱਸੋ ਕਿ ਲਿਬਰਲ ਤੇ ਐਨਡੀਪੀ ਨੇ ਮੇਅਰ ਵਾਸਤੇ ਕੋਈ ਕੈਂਡੀਡੇਟ ਨੂੰ ਕਿਸੇ ਨੂੰ ਸਪੋਰਟ ਕਰ ਰਿਹਾ ਕਿ ਨਹੀਂ। ਉੱਦਾਂ ਮੈਂ ਬੋਰਡ ਵੇਖ ਲਏ, ਉਹ ਕੁੜੀ ਇੱਕ ਖੜਦੀ ਹੁੰਦੀ ਆ ਜਿਹੜੀ ਆਪਣੀ
ਕੇਸ ਕੀ ਬਣਦੀ ਆ ਸਾਡੇ ਇਸ ਇਲਾਕੇ ਚੋਂ ਕੌਂਸਲਰ ਲੜ ਰਹੀ ਆ ਪਹਿਲੋਂ ਐਮਪੀਪੀ ਨਵਜੋਤ ਕੌਰ ਹੈ ਸ਼ਾਇਦ ਉਹਦਾ ਨਾਂ, ਉਹ ਹਰ ਵਾਰੀ ਇਲੈਕਸ਼ਨ ਲੜਦੀ ਆ। ਮੈਨੂੰ ਲੱਗਦਾ ਇਲੈਕਸ਼ਨਾਂ ਦਾ ਵਾਹਵਾ ਵੱਡਾ ਭੁੱਸ ਜਿਹਾ ਪੈ ਜਾਂਦਾ, ਪਤਾ ਨਹੀਂ ਉਹਨਾਂ ਦੀ ਫੰਡਿੰਗ ਫੁੰਡਿੰਗ ਫਿਰ ਕਿੱਥੋਂ ਹੁੰਦੀ ਆ। ਵੈਸੇ ਕਿਸਮਤ ਜਮਾ ਲੈਣੀ ਚਾਹੀਦੀ ਆ ਪ੍ਰੋਫੈਸਰ ਸਾਹਿਬ, ਸਾਰੇ ਕਰਨ ਡਏ ਆ, ਵਗਦੀ ਗੰਗਾ 'ਚ ਹੱਥ ਧੋਣੇ ਚਾਹੀਦੇ ਆ। ਤੁਹਾਡਾ ਤਾਂ ਨਹੀਂ ਜੀ ਕਰਦਾ ਗਿੱਲ ਸਾਹਿਬ? ਨਹੀਂ ਮੇਰਾ ਤਾਂ ਨਹੀਂ ਕਰਦਾ, ਤੁਸੀਂ ਕਾਫੀ ਸਰਗਰਮ ਰਹਿੰਦੇ ਹੋ ਇਹਨਾਂ ਗੱਲਾਂ 'ਚ, ਮੇਰੇ ਕੋਲ ਤਾਂ ਇਹ ਸਮਾਂ ਹੀ ਨਹੀਂ ਹੁੰਦਾ ਜੀ, ਦਿਹਾੜੀਦਾਰ ਮਜ਼ਦੂਰ ਬੰਦਾ ਮੈਂ ਤਾਂ। ਵੇਖੋ ਜੀ, ਮਜ਼ਦੂਰ ਸਾਰੇ ਹੀ ਆ, ਕੋਈ ਕਲਮ ਦਾ ਮਜ਼ਦੂਰ ਆ, ਕੋਈ ਹੋਰ ਕਿਸੇ ਦਾ ਮਜ਼ਦੂਰ ਆ। ਤੁਸੀਂ ਗਿੱਲ ਸਾਹਿਬ ਇੰਡੀਆ ਦੇ ਵਿੱਚ ਇੱਕ ਨਾਂ ਸੁਣਿਆ ਹੋਣਾ, ਕਾਕਾ ਧਰਤੀ ਪਕੜ ਸਿੰਘ, ਹਾਂਜੀ ਹਾਂਜੀ ਸੁਣਿਆ ਕਿ ਨਹੀਂ? ਰਾਸ਼ਟਰਪਤੀ ਚੋਣ ਲੜਦੇ ਰਹੇ ਜੀ, ਕੋਈ ਚੋਣ ਖਾਲੀ ਨਹੀਂ ਛੱਡਦੇ ਉਹ, ਮੈਨੂੰ ਪਤਾ। ਉਹ ਰਾਸ਼ਟਰਪਤੀ ਨਹੀਂ ਜੀ, ਉਹ ਪਿੰਡ ਦੀ ਸਰਪੰਚੀ ਤੋਂ ਲੈ ਕੇ ਐਮਐਲਏ ਐਮਪੀ ਤੇ ਰਾਸ਼ਟਰਪਤੀ ਦੀ ਚੋਣ ਤੱਕ ਉਹ ਚੋਣ ਲੜਦੇ ਹੁੰਦੇ ਸੀਗੇ। ਤੇ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਚੋਣ ਲੜਨਾ ਵੀ ਇੱਕ ਭੁੱਸ ਆ, ਇਹ ਵੀ ਉਹਨਾਂ ਦਾ ਵੀ ਇੱਕ ਭੁੱਸ ਸੀਗਾ। ਤੇ ਦੂਜਾ ਗਿੱਲ ਸਾਹਿਬ ਇਹ ਵੀ ਆ ਕਿ ਇੱਕ ਜ਼ਮਾਨਾ ਸੀਗਾ, ਅਸੀਂ ਇੰਡੀਆ ਦੀ ਉਦਾਹਰਨ ਹੀ ਲੈਂਦੇ ਆ, ਕਿ ਲੋਕ ਸਮਾਜ ਸੇਵਾ ਵਾਸਤੇ ਪੋਲਿਟਿਕਸ ਦੇ ਵਿੱਚ ਆਉਂਦੇ ਸੀਗੇ, ਖਾਸ ਕਰਕੇ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀਗੀ। ਤੇ ਹੁਣ ਜਿਹੜੀ ਪੋਲਿਟਿਕਸ ਆ ਗਿੱਲ ਸਾਹਿਬ, ਇਹ ਲਾਹੇਵੰਦਾ ਧੰਦਾ ਬਣ ਗਈ ਆ। ਕੋਈ ਬੰਦਾ ਜਿਹੜਾ ਹੈਗਾ, ਕੋਈ ਵਿਰਲਾ ਵਾਂਝਾ ਹੋਏਗਾ ਜਿਹਦੇ ਵਿੱਚ ਸਮਾਜ ਦੀ ਸੇਵਾ ਜਿਹੜੀ ਆ ਉਹਦਾ ਕੋਈ ਮਾਦਾ ਹੋਏਗਾ, ਨਹੀਂ ਤੇ ਬਹੁਤੇ ਜਿਹੜੇ ਆ ਨਾ ਜੀ, ਉਹ ਇੱਕ ਲਾਹੇਵੰਦ ਪੋਸਟ ਜਿਹੜੀ ਆ, ਇੱਕ ਲਾਹੇਵੰਦਾ ਧੰਦਾ ਸਮਝ ਕੇ ਪੋਲਿਟਿਕਸ ਦੇ ਵਿੱਚ ਆਉਂਦੇ ਆ। ਔਰ ਇੱਥੇ ਵੀ ਤੁਸੀਂ ਦੇਖਿਆ ਹੋਣਾ ਬਈ ਜਿਹੜਾ 4 ਜਿਹੜੀਆਂ ਸਾਡੀਆਂ ਪੜਾਵੀ ਚੋਣਾਂ ਹੈਗੀਆਂ, ਯਾਨੀ ਜਿਹੜੀ ਸਿਟੀ ਕੌਂਸਲ ਦੀ ਚੋਣ ਹੋਣੀ ਆ, ਇਹਦੇ ਵਿੱਚ 4 ਵੋਟਾਂ ਇੱਕ ਬੰਦੇ ਨੇ ਪਾਉਣੀਆਂ ਆ, ਜਿਹਦੇ ਵਿੱਚ ਸਭ ਤੋਂ ਹੇਠਲੇ ਪੌੜੇ ਦੇ ਉੱਤੇ ਹੈਗਾ ਸਕੂਲ ਟਰਸਟੀ, ਉਸ ਤੋਂ ਉੱਪਰਲੇ ਪੌੜੇ ਤੇ ਹੈਗਾ ਸਿਟੀ ਕਾਉਂਸਲਰ, ਤੇ ਅਗਲੇ ਪੌੜੇ ਦੇ ਉੱਤੇ ਹੈਗਾ ਰੀਜਨਲ ਕਾਉਂਸਲਰ, ਤੇ ਫਿਰ ਅੱਗੇ ਹੈਗਾ ਮੇਅਰ। ਸੋ ਇਹ ਇੱਕ ਤਰੀਕਾ ਆ ਕਿ ਦੇਖੋ, ਸਕੂਲ ਟਰਸਟੀ ਤੋਂ ਸ਼ੁਰੂ ਕਰੋ, ਫਿਰ ਕਾਉਂਸਲਰ ਬਣੋ, ਰੀਜਨਲ ਕਾਉਂਸਲਰ ਬਣੋ, ਜੇ ਹੋ ਸਕੇ ਤਾਂ ਮੇਅਰ ਬਣ ਜਾਓ, ਤੇ ਜੇ ਨਹੀਂ ਤਾਂ ਜੇ ਚੰਗੀਆਂ ਵੋਟਾਂ ਲੈ ਕੇ ਹਾਰ ਵੀ ਜਾਂਦੇ ਹੋ ਕਾਉਂਸਲਰ ਦੀ ਚੋਣ ਜਾਂ ਰੀਜਨਲ ਕਾਉਂਸਲਰ ਦੀ ਚੋਣ, ਤਾਂ ਫਿਰ ਪਾਰਟੀਆਂ ਦੇ ਵਿੱਚ ਤੁਹਾਡਾ ਇੱਕ ਨਾਂ ਬਣ ਜਾਂਦਾ ਆ ਕਿ ਬਈ ਤੁਸੀਂ ਭਾਈ ਅੱਗੇ ਐਮਪੀਪੀ ਜਾਂ ਐਮਪੀ ਖੜੇ ਹੋ ਸਕਦੇ ਹੋ। ਤੇ ਕਈ ਵਾਰੀ ਉਲਟ ਵੀ ਹੁੰਦਾ ਹੈਗਾ। ਸਾਡੇ ਹੁਣ ਇੱਕ ਰੀਜਨਲ ਕਾਉਂਸਲਰ ਨੇ ਇਸ ਵੇਲੇ, ਉਹ ਕਿਸੇ ਸਮੇਂ ਐਨਡੀਪੀ ਵੱਲੋਂ ਐਮਪੀਪੀ ਦੀ ਚੋਣ ਲੜੇ ਸੀਗੇ, ਉਹ ਜਿੱਤ ਤਾਂ ਨਾ ਸਕੇ ਪਰ ਵੋਟਾਂ ਕਾਫੀ ਲੈ ਗਏ, ਉਹ ਜਿਹਨੂੰ ਕੰਸੀਡਰੇਬਲ ਆਪਾਂ ਕਹਿੰਦੇ ਆ ਕਿ ਗੌਲਣਯੋਗ ਵੋਟਾਂ ਦੀ ਗਿਣਤੀ ਉਹਨਾਂ ਨੇ ਪ੍ਰਾਪਤ ਕਰ ਲਈ। ਤੇ ਉਹਦਾ ਨਤੀਜਾ ਇਹ ਨਿਕਲਿਆ ਬਈ ਉਹਨਾਂ ਨੂੰ ਇਹ ਸਮਝਿਆ ਗਿਆ ਵੀ ਜਿਹੜਾ ਇੱਕ ਐਮਪੀਪੀ ਦੀ ਵੋਟ ਇੰਨੀ ਲਿਜਾ ਸਕਦਾ, ਕਿਉਂ ਨਾ ਉਹ ਸਿਟੀ ਕਾਉਂਸਲਰ ਲਈ ਆਪਣੀ ਕਿਸਮਤ ਅਜਮਾਵੇ। ਤੇ ਉਹ ਸਿਟੀ ਕਾਉਂਸਲਰ ਜਿੱਤ ਗਏ। ਸਿਟੀ ਕਾਉਂਸਲਰ ਤੋਂ ਬਾਅਦ ਉਹਨਾਂ ਨੇ ਰੀਜਨਲ ਕਾਉਂਸਲਰ ਲਈ ਕਿਸਮਤ ਅਜਮਾਈ ਤੇ ਰੀਜਨਲ ਕਾਉਂਸਲਰ ਵੀ ਜਿੱਤ ਗਏ। ਸੋ ਇਦਾਂ ਕਰਕੇ ਇਹ ਇੱਕ ਸਾਖ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ, ਵੋਟਰਾਂ ਦੇ ਵਿੱਚ ਜਿਹੜੀ ਸਾਖ ਹੈਗੀ ਆ, ਉਹ ਬਣ ਜਾਂਦੀ ਹੈਗੀ ਆ ਕਿ ਜਾਂ ਤਾਂ ਕੋਈ ਜਿਹੜਾ ਸਕੂਲ ਟਰਸਟੀ ਆ, ਸਿਟੀ ਕਾਉਂਸਲਰ ਆ, ਮੇਅਰ ਆ, ਇਧਰਲੇ ਪਾਸੇ ਨੂੰ ਤੁਰ ਪੈਂਦਾ, ਜਾਂ ਕਾਉਂਸਲਰ ਜਾਂ ਰੀਜਨਲ ਕਾਉਂਸਲਰ ਜਾਂ ਸਿਟੀ ਕਾਉਂਸਲਰ ਚੋਣ ਲੜ ਕੇ ਤੇ ਚੋਖੀ ਵੋਟ ਲੈ ਜਾਵੇ, ਤਾਂ ਉਹਨੂੰ ਗਾਂ ਐਮਪੀਪੀ ਤੇ ਐਮਪੀ ਦੀ ਟਿਕਟ ਦੀ ਵੀ ਝਾਕ ਹੋ ਜਾਂਦੀ ਆ। ਮੇਰਾ ਕਹਿਣ ਦਾ ਮਤਲਬ ਗਿੱਲ ਸਾਹਿਬ ਇਹ ਆ ਭਈ ਆਪਣੇ ਕੈਰੀਅਰ ਲਈ, ਆਪਣਾ ਕੈਰੀਅਰ ਜਿਹੜਾ ਹੈਗਾ ਉਹਨੂੰ ਕਿਵੇਂ ਅੱਗੇ ਲਿਜਾਣਾ ਹੈਗਾ, ਉਹਦੇ ਲਈ ਜ਼ਿਆਦਾ ਜ਼ੋਰ ਹੁੰਦਾ ਹੈਗਾ। ਤੇ ਬਾਕੀ ਜਿਹੜੀ ਲੋਕ ਸੇਵਾ ਹੈਗੀ ਆ, ਉਹ ਆਪਣੇ ਪਲੇਟਫਾਰਮ ਦੇ ਵਿੱਚ ਜ਼ਰੂਰ ਸ਼ਾਮਲ ਕਰ ਲੈਂਦੇ ਨੇ, ਪਰ ਉਹ ਕਿੰਨੀ ਕੁ ਕਰਦੇ ਹੈਗੇ ਆ, ਇਹ ਜਦੋਂ ਕੋਈ ਜਿੱਤ ਜਾਂਦਾ ਆ ਉਦੋਂ ਪਤਾ ਲੱਗਦਾ ਆ। ਤੇ ਆਪਣੀ ਜਿਹੜੀ ਕੌਂਸਲ ਆ, ਇਹਨੂੰ ਤਾਂ ਗਿੱਲ ਸਾਹਿਬ ਕੋਈ ਸਰਾਪ ਮਿਲਿਆ ਹੈਗਾ। ਸਰਾਪ ਇਹ ਮਿਲਿਆ ਆ ਵੀ ਇਹ ਇਕੱਠੀ ਕਦੇ ਵੀ ਨਹੀਂ ਹੁੰਦੀ, ਇਹ ਧੜੇ ਰਹਿੰਦੇ ਆ। ਅੱਧੇ ਕੁ ਕਾਉਂਸਲਰ ਇੱਕ ਬੰਨੇ ਹੁੰਦੇ ਆ, ਅੱਧੇ ਕੁ ਇੱਕ ਬੰਨੇ ਹੁੰਦੇ ਆ। ਮਤਲਬ ਕਿ ਕੋਈ ਪੋਜ਼ਿਟਿਵ ਕੰਮ ਕਰਨ ਦੀ ਬਜਾਏ
ਨੈਗੇਟਿਵ ਕੰਮ ਜ਼ਿਆਦਾ ਕਰਦੇ ਆ ਵੀ ਜੇ ਆਹ ਧੜਾ ਕੋਈ ਗੱਲ ਕਹਿ ਰਿਹਾ ਹੈਗਾ ਇਹ ਨਾ ਕਿਤੇ ਪਾਸ ਹੋ ਜਾਵੇ। ਇਹ ਨਹੀਂ ਵੇਖਣਾ ਵੀ ਇਹਦੇ 'ਚ ਸਿਟੀ ਦਾ ਲੋਕਾਂ ਦਾ ਕੋਈ ਭਲਾ ਆ ਮੁਫਾਦ ਆ, ਨਹੀਂ। ਇਹ ਕਿਉਂਕਿ ਦੂਜੇ ਧੜੇ ਨੇ ਗੱਲ ਸ਼ੁਰੂ ਕੀਤੀ ਆ, ਅਸੀਂ ਨਹੀਂ ਇਹਨੂੰ ਕਾਮਯਾਬ ਹੋਣ ਦੇਣਾ। ਜਿੱਦਾਂ ਆਪਣੀ ਦੇਸੀ ਸਿਆਸਤ ਨਹੀਂ ਹੁੰਦੀ ਪਿੰਡਾਂ 'ਚ ਵੀ ਆਪਣਾ ਭਾਵੇਂ ਕੱਖ ਨਾ ਰਹੇ ਅਗਲੇ ਦਾ ਕੁਝ ਨਹੀਂ ਬਣਨ ਦੇਣਾ। ਸੋ ਇਹ ਜੀ ਸਾਡੇ ਬਰੈਂਪਟਨ ਸਿਟੀ ਦੀ, ਬਰੈਂਪਟੋਨੀਅਨ ਦੀ, ਬਰੈਂਪਟਨ ਦੇ ਲੋਕਾਂ ਦੀ ਬਦਕਿਸਮਤੀ ਆ ਕਿ ਸਾਡੀ ਕੌਂਸਲ ਜਿਹੜੀ ਆ ਉਹ ਕਦੀ ਵੀ ਉਹਦੇ ਵਿੱਚ ਸਰਬਸੰਮਤੀ ਹੋਣੀ ਤਾਂ ਇੱਕ ਪਾਸੇ ਰਹੀ, ਬਹੁਤ ਸੰਮਤੀ ਵੀ ਨਹੀਂ ਹੁੰਦੀ, ਅੱਧੇ ਅੱਧੇ ਵੰਡੇ ਰਹਿੰਦੇ ਨੇ। ਸੋ ਇਹਦੇ ਨਾਲ ਬੜੇ ਨੁਕਸਾਨ ਹੁੰਦੇ ਆ। ਇਹਦੇ ਵਿੱਚ ਪਰ ਸਾਹਿਬ ਅਸੀਂ ਆਪਣੀ ਕਮਿਊਨਿਟੀ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਆਪਣੇ ਤੇ ਕੌਂਸਲਰ ਹੀ ਸੁੱਖ ਨਾਲ ਦੋ ਹੁੰਦੇ ਆ, ਇੱਕ ਉਧਰ ਹਰ ਵਾਰੀ। ਗੱਲ ਤੇ ਆ ਵੀ ਫਿਰ ਇੱਥੋਂ ਦੇ ਗੋਰੇ ਵੀ ਤੇ ਸਾਡੇ ਵਰਗੇ ਹੀ ਹੋ ਗਏ ਆ, ਸਾਡੇ ਗੁਆਂਢ 'ਚ ਰਹਿ ਕੇ ਸਾਡੀਆਂ ਵਾਲੀਆਂ ਆਦਤਾਂ ਹੋ ਗਈਆਂ ਉਹਨਾਂ ਦੀਆਂ ਕਿ ਧੜੇਬੰਦੀ ਪਾਲੋ ਤੇ ਕੰਮ ਕੋਈ ਹੋਣ ਨਾ ਦਿਓ, ਅਗਲੀਆਂ ਵੋਟਾਂ ਪੱਕੀਆਂ ਕਰੋ। ਮੈਂ ਗਿੱਲ ਸਾਹਿਬ ਆਪਣੀ ਕਮਿਊਨਿਟੀ ਦੀ ਨਹੀਂ ਗੱਲ ਕਰਦਾ, ਮੈਂ ਬਰੈਂਪਟਨ ਦੀ ਸਿਟੀ ਕੌਂਸਲ ਦੀ ਗੱਲ ਕਰ ਰਿਹਾ ਵਾਂ। ਉਹਦੇ ਵਿੱਚ ਗੋਰੇ ਵੀ ਹੈਗੇ ਆ, ਬਲੈਕ ਵੀ ਹੈਗੇ ਆ, ਤੇ ਪੰਜਾਬੀ ਵੀ ਹੈਗੇ ਆ, ਪਾਕਿਸਤਾਨੀ ਵੀ ਆਉਂਦੇ ਆ, ਸਾਰੇ ਹੈਗੇ ਆ। ਮੈਂ ਤਾਂ ਜਨਰਲ ਗੱਲ ਕਰ ਰਿਹਾ ਹੈਗਾ ਕਿ ਜਿਹੜੀ ਬਰੈਂਪਟਨ ਦੀ ਸਿਟੀ ਕੌਂਸਲ ਆ ਇਹਨੂੰ ਇਹ ਸਰਾਪ ਆ ਵੀ ਇਹਨੇ ਕੋਈ ਬਹੁਮਤ ਜਾਂ ਸਰਬਸੰਮਤੀ ਇਹਦੇ ਵਿੱਚ ਨਹੀਂ ਹੋਣੀ ਤੇ ਲੜਾਈ ਜਿਹੜੀ ਆ ਉਹ ਜ਼ਿਆਦਾ ਰਹਿਣੀ ਆ। ਇਹ ਕਿਸੇ ਇੱਕ ਕਮਿਊਨਿਟੀ ਦੀ ਗੱਲ ਨਹੀਂ ਹੈ। ਮੈਂ ਪ੍ਰੋਫੈਸਰ ਸਾਹਿਬ ਮੈਂ ਤਾਂ ਇਹ ਗੱਲ ਛੇੜੀ ਆ ਕਿਉਂਕਿ ਆਪਾਂ ਬਰੈਂਪਟਨ ਨੂੰ ਬਾਕੀ ਕੈਨੇਡਾ ਤੋਂ ਵੱਖ ਕਰਕੇ ਨਹੀਂ ਵੇਖ ਸਕਦੇ। ਕੈਨੇਡਾ ਦੀ ਪੋਲਿਟਿਕਸ ਦਾ ਕੋਈ ਨਾ ਕੋਈ ਮਿਆਰ ਹੋਇਆ ਕਰਦਾ ਸੀਗਾ ਜਦੋਂ ਕੈਂਡੀਡੇਟ ਕੋਈ ਖੜਾ ਹੁੰਦਾ ਆ। ਹਿੰਦੁਸਤਾਨ ਵਾਂਗੂ ਨਹੀਂ ਕਿ ਉਹਦੇ ਦਾਦਕੇ ਨਾਨਕੇ ਫਰੋਲ ਦਿੱਤੇ ਜਾਣ, ਵੇਖਿਆ ਜਾਂਦਾ ਕਿ ਉਹ ਬੰਦਾ ਉਹਦੀ ਕੀ ਕੰਟਰੀਬਿਊਸ਼ਨ ਹੈ ਸੋਸਾਇਟੀ ਲਈ, ਉਹਨੇ ਕੀ ਕੀਤਾ, ਕਿਹੜਾ ਵਲੰਟੀਅਰ ਕੰਮ ਕੀਤਾ, ਕਿਹੜੇ ਕਿਹੜੇ ਕੰਮ 'ਚੋਂ ਲੋਕਾਂ ਦੇ ਨਾਲ ਖੜਾ ਹੋਇਆ, ਕਿਹੜੇ ਕਿਹੜੇ ਪ੍ਰੋ ਪੀਪਲ ਵਰਕ ਸੀਗੇ ਜਿਨ੍ਹਾਂ ਨੂੰ ਅੱਗੇ ਹੋ ਕੇ ਉਹਨੇ ਲੀਡ ਕੀਤਾ। ਪਿਛਲੇ ਸਮਿਆਂ 'ਚ ਜਦੋਂ ਅਸੀਂ ਇੱਥੇ ਨਵੇਂ ਆਏ ਸੀ ਇਹਨਾਂ ਚੀਜ਼ਾਂ ਨੂੰ ਟੌਪ ਪ੍ਰਾਇੋਰਟੀ 'ਤੇ ਰੱਖਿਆ ਜਾਂਦਾ ਸੀ ਕਿਸੇ ਕੈਂਡੀਡੇਟ ਨੂੰ ਸਪੋਰਟ ਕਰਨ ਲਈ। ਤੇ ਹੁਣ ਤੇ ਮੈਂ ਦੇਖਦਾ ਆ ਜੇ ਕੋਈ ਔਰਤ ਖੜਦੀ ਆ ਤੇ ਉਹ ਆ ਕੇ ਦਵਾਈ ਦਿੰਦੀ ਆ ਜੀ ਮੈਂ ਇੱਥੇ 2 ਬੱਚਿਆਂ ਦੀ ਮਾਂ ਆ, ਮੈਨੂੰ ਪਤਾ ਬੱਚੇ ਕਿੱਦਾਂ ਪਾਲਣੇ ਆ। ਇਹ ਵੀ ਕੋਈ ਇਲੈਕਸ਼ਨ ਲੜਦਾ ਏਜੰਡਾ ਹੁੰਦਾ ਵਾ? ਜਾਂ ਫਿਰ ਕੋਈ ਅੱਜ ਕੱਲ੍ਹ ਇੱਕ ਇਹ ਬੜਾ ਟਰੈਂਡ ਆ ਗਿਆ ਇੱਥੋਂ ਦੀ ਬੋਰਨ ਹੈ ਜੀ, ਇੱਥੋਂ ਦੇ ਬੋਰਨ ਬੱਚੇ ਬੜੇ ਆ ਉਹ ਬੜੇ ਸੱਚੇ ਸੁੱਚੇ ਹੁੰਦੇ ਆ, ਮਤਲਬ ਇਹ ਵੀ ਕੋਈ ਏਜੰਡਾ ਨਹੀਂ ਆ। ਗੱਲ ਤੇ ਆ ਤੁਸੀਂ ਕੀ ਕੀਤਾ ਸੋਸਾਇਟੀ ਲਈ, ਕੀ ਜਿਹੜੇ ਹੁਣ ਮੌਜੂਦਾ ਕੈਂਡੀਡੇਟ ਨੇ ਜਿਨ੍ਹਾਂ ਦੇ ਪਿੱਛੇ ਆਪਾਂ ਤੁਸੀਂ ਮੈਂ ਸਾਰਿਆਂ ਨੇ ਜਾਣਾ ਅੱਗੇ ਚੱਲ ਕੇ, ਉਹਨਾਂ ਦੀ ਕਦੀ ਨਿਰਖ ਪਰਖ ਕੀਤੀ ਕਿ ਉਹਨਾਂ ਦਾ ਸੋਸਾਇਟੀ ਨੂੰ ਕੀ ਦੇਣਾ ਹੈ ਜੀ? ਇਹ ਬਿਲਕੁਲ ਸਹੀ ਗੱਲ ਤੁਸੀਂ ਕਰ ਰਹੇ ਹੋ ਜੀ, ਪਰ ਦੂਜੇ ਬੰਨੇ ਗਿੱਲ ਸਾਹਿਬ ਇੱਕ ਬਦਕਿਸਮਤੀ ਇਹ ਵੀ ਗਿਣੀ ਜਾਣੀ ਚਾਹੀਦੀ ਆ ਕਿ ਜਿਹੜੇ ਕੈਂਡੀਡੇਟ ਨੇ ਇੱਥੇ ਉਹ ਭਾਵੇਂ ਸਿਟੀ 'ਚ ਹੋਣ, ਭਾਵੇਂ MPP ਹੋਣ, ਭਾਵੇਂ MP ਹੋਣ, ਉਹਨਾਂ 'ਚ ਇਹ ਗੱਲ ਚਲੋ ਇਹ ਲੋੜ ਤਾਂ ਹੈਗੀ ਆ ਵੀ ਉਹਨਾਂ ਨੂੰ ਇੱਥੋਂ ਦੇ ਕਲਚਰ ਦਾ ਪਤਾ ਹੋਣਾ ਚਾਹੀਦਾ, ਸੱਭਿਆਚਾਰ ਦਾ ਪਤਾ ਹੋਣਾ ਚਾਹੀਦਾ, ਉਹਨਾਂ ਨੂੰ ਅੰਗਰੇਜ਼ੀ ਵੀ ਬੋਲਣੀ ਆਉਣੀ ਚਾਹੀਦੀ ਆ। ਇਹ ਤੇ ਆਪਾਂ ਸਮਝਦੇ ਹਾਂ ਵੀ ਜ਼ਰੂਰੀ ਚੀਜ਼ਾਂ ਜਿਹੜੀਆਂ ਜਾਂ ਕਹਿ ਲਓ ਬੇਸਿਕ ਕੁਆਲੀਫਿਕੇਸ਼ਨ ਦਾ ਹਿੱਸਾ ਆ। ਪਰ ਇਹ ਕੋਈ ਗੱਲ ਨਹੀਂ ਕਿ ਮੇਰੇ 2 ਬੱਚੇ ਆ ਤੇ ਮੈਂ ਇਹਨੂੰ ਪਤਾ ਵੀ ਬੱਚੇ ਕਿੱਦਾਂ ਪਾਲਣੇ ਆ। ਇਹ ਤਾਂ ਗਿੱਲ ਸਾਹਿਬ ਸਾਰੇ ਮਾਪਿਆਂ ਨੂੰ ਪਤਾ ਹੈਗਾ, ਜਿਨ੍ਹਾਂ ਦੇ 2 ਬੱਚੇ ਆ ਜਾਂ 1 ਬੱਚਾ ਆ ਜਾਂ 3 ਬੱਚੇ ਆ, ਉਹਨਾਂ ਸਾਰਿਆਂ ਨੂੰ ਪਤਾ ਵੀ ਬੱਚੇ ਕਿਵੇਂ ਪਾਲਣੇ ਆ। ਇਹ ਕੋਈ ਏਜੰਡਾ ਵੀ ਨਹੀਂ ਹੈਗਾ ਤੇ ਨਾ ਹੀ ਇਹ ਕੋਈ ਕ੍ਰਾਈਟੇਰੀਆ ਹੈਗਾ ਕਿਸੇ ਦੀ ਪਰਖ ਕਰਨ ਦਾ। ਕੋਈ ਸਿੰਗਲ ਬੰਦਾ ਜਿਹੜਾ ਹੈਗਾ, ਕੋਈ ਇਕੱਲਾ ਬੰਦਾ ਜਿਹੜਾ ਹੈਗਾ ਉਹ ਇਹ ਵੀ ਦਾਅਵਾ ਕਰ ਸਕਦਾ ਆ ਵੀ ਜਿਹੜੇ ਪਰਿਵਾਰ ਵਾਲੇ ਬੰਦੇ ਆ ਜੀ ਉਹ ਤਾਂ ਪਰਿਵਾਰਕ ਜ਼ਿੰਮੇਵਾਰੀਆਂ 'ਚ ਲੱਗੇ ਰਹਿਣਗੇ ਤੇ ਮੈਂ ਤਾਂ ਨਿਰੋਲ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੇਗੀ ਜਿਹਦੇ ਲਈ ਲੋਕ ਮੈਨੂੰ ਚੁਣਨਗੇ ਮੈਂ ਉਹਦੇ ਲਈ ਕਮਿਟਡ ਹੋਵਾਂਗਾ। ਤੇ ਇੱਥੇ ਆਮ ਤੌਰ ਤੇ ਇਹ ਹੁੰਦਾ ਹੈਗਾ ਕਿ ਬਹੁਤੇ ਜਿਹੜੇ ਸਾਡੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਮਾਪਿਆਂ ਦੀ ਓਰੀਐਂਟੇਸ਼ਨ ਜਿਹੜੀ ਆ, ਮਤਲਬ ਕਿ ਪੇਰੈਂਟਸ ਓਰੀਐਂਟਡ ਚੋਣਾਂ ਹੁੰਦੀਆਂ ਨੇ ਕਿ ਮਾਪੇ ਆਪ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਕਮਾਈ ਕਰਕੇ, ਮਿਹਨਤ ਕਰਕੇ, ਜੋ ਵੀ ਤਰੀਕਾ ਉਹਨਾਂ ਨੂੰ ਠੀਕ ਲੱਗਿਆ ਉਹਦੇ ਨਾਲ ਪੈਸੇ ਉਹਨਾਂ ਨੇ ਕਮਾ ਲਏ ਤੇ ਫਿਰ ਨੋਮੀਨੇਸ਼ਨਾਂ ਵੀ ਉਹਦੇ ਨਾਲ ਜਿੱਤੀਆਂ। ਤੇ ਇੱਥੋਂ ਦਾ ਜਿਹੜਾ ਬੱਚਾ ਪੈਦਾ ਹੋਇਆ ਜਿਹਨੂੰ ਅੰਗਰੇਜ਼ੀ ਆਉਂਦੀ ਹੈਗੀ ਆ, ਜਿਹਨੂੰ ਇੱਥੋਂ ਦੇ ਸੱਭਿਆਚਾਰ ਦਾ ਗਿਆਨ ਆ, ਉਹਨੂੰ ਖੜਾ ਕਰ ਦਿੱਤਾ। ਇਹ ਚਲੋ ਠੀਕ ਲੱਗਦਾ ਵੀ ਇਸ ਤਰ੍ਹਾਂ ਹੋਵੇ, ਪਰੰਤੂ ਸਵਾਲ ਤਾਂ ਇਸ ਗੱਲ ਦਾ ਆ ਕਿ ਉਹ ਆਪਣੀ ਕੰਸਟੀਚੁਐਂਸੀ ਵਾਸਤੇ, ਆਪਣੇ ਵੋਟਰਾਂ ਵਾਸਤੇ, ਆਪਣੇ ਸ਼ਹਿਰ ਵਾਸਤੇ, ਆਪਣੇ ਦੇਸ਼ ਵਾਸਤੇ, ਆਪਣੀ ਸੁਸਾਇਟੀ ਵਾਸਤੇ ਕੀ ਕਰਨ ਲਈ ਕਮਿਟਡ ਹੈਗਾ, ਜਾਂ ਉਹਨੇ ਕਿਸ ਕਿਸਮ ਦਾ ਕਾਰਜ ਜਿਹੜਾ ਹੈਗਾ ਉਹ ਸੁਸਾਇਟੀ ਦੇ ਵਿੱਚ ਕੀਤਾ ਹੈਗਾ।
ਹੁਣ ਕਈ ਕਹਿਣਗੇ ਜੀ ਮੈਂ ਫਲਾਣੀ ਸੰਸਥਾ ਚਲਾ ਰਿਹਾ ਹਾਂ, ਤੇ ਸੰਸਥਾ ਕੀ ਆ ਜੀ? ਵਨ ਮੈਨ ਸੰਸਥਾ। ਉਹਦਾ ਨਾਂ ਹੈਗਾ ਤੇ ਉਹਦਾ ਡਾਇਰੈਕਟਰ, ਐਗਜ਼ੀਕਿਊਟਿਵ ਮੈਂਬਰ ਜੋ ਵੀ ਆ ਸਭ ਕੁਝ ਇੱਕੋ ਬੰਦਾ ਹੈਗਾ। ਤੇ ਸੰਸਥਾ ਕੀ ਆ ਜੀ? ਮੈਂ ਆਖੇ ਇੰਡੀਆ ਦੇ ਵਿੱਚ ਜਾ ਕੇ ਕੈਂਪ ਲਾ ਦੇਣਾ ਆ। ਉਹ ਜਿਹੜੇ ਕੈਂਪ ਲੱਗਦੇ ਆ ਜੀ, ਉਹ ਚੰਗੀ ਗੱਲ ਆ, ਕੋਈ ਲਾਉਂਦਾ ਹੈਗਾ, ਪਰ ਬਰੈਂਪਟਨ ਦੇ ਲੋਕਾਂ ਨੂੰ ਉਹਦਾ ਕੀ ਫਾਇਦਾ ਹੁੰਦਾ? ਇਹ ਉਹਦੀ ਇੱਕ ਆਪਣੇ ਦੇਸ਼ ਦੇ ਵਿੱਚ ਸਮਾਜ ਸੇਵਾ ਹੈਗੀ ਆ, ਕੋਈ ਮਾੜੀ ਗੱਲ ਨਹੀਂ, ਪਰੰਤੂ ਉਹਦੇ ਇੰਡੀਆ ਵਿੱਚ ਜਿਹੜੇ ਇਸ ਕਿਸਮ ਦੇ ਕੀਤੇ ਹੋਏ ਕੰਮ ਆ, ਉਹਦਾ ਬਰੈਂਪਟੋਨੀਅਨ ਨੂੰ ਕੀ ਫਾਇਦਾ ਹੋਏਗਾ? ਸਵਾਲ ਤਾਂ ਇਹ ਆ ਕਿ ਜਿਹੜੇ ਬਰੈਂਪਟਨ ਦੇ ਮਸਲੇ ਨੇ, ਜਿਨ੍ਹਾਂ ਦੇ ਵਿੱਚ ਰੋਜ਼ ਦਿਹਾੜੀ ਗੋਲੀਆਂ ਚੱਲਦੀਆਂ ਨੇ, ਜਿਹਦੇ ਵਿੱਚ ਰੋਜ਼ ਐਕਸੀਡੈਂਟ ਹੁੰਦੇ ਨੇ, ਜਿਹਦੇ ਵਿੱਚ ਐਜੂਕੇਸ਼ਨ ਦਾ ਹਾਲ ਜਿਹੜਾ ਉਹ ਮਾੜਾ ਹੋ ਰਿਹਾ, ਜਿਹਦੇ ਵਿੱਚ ਹੈਲਥ ਸਰਵਿਸਿਜ਼ ਦਾ ਹਾਲ ਮਾੜਾ ਹੋ ਰਿਹਾ, ਇਹਨਾਂ ਚੀਜ਼ਾਂ ਨੂੰ, ਇਹਨਾਂ ਦੀ ਇੰਪਰੂਵਮੈਂਟ ਵਾਸਤੇ, ਲੋਕਾਂ ਦੇ ਭਲੇ ਵਾਸਤੇ ਉਹ ਕੀ ਕਰਦਾ ਆ? ਤੇ ਜਿਹੜਾ ਗਿੱਲ ਸਾਹਿਬ ਪਹਿਲਾਂ 4 ਸਾਲ ਜਿਹਨੇ ਕੋਈ ਸੇਵਾ ਨਿਭਾਈ ਆ ਕਿਸੇ ਵੀ ਅਹੁਦੇ ਤੇ, ਉਹਨੂੰ ਤਾਂ ਇਹ ਵੀ ਸਵਾਲ ਹੋਣਾ ਚਾਹੀਦਾ ਆ ਕਿ ਤੁਸੀਂ ਭਾਈ ਸਾਹਿਬ ਜਾਂ ਭੈਣ ਜੀ ਜਿਹੜੇ ਵੀ ਕੈਂਡੀਡੇਟ ਹੈਗੇ ਆ, ਵੀ ਤੁਸੀਂ ਇਹਨਾਂ 4 ਸਾਲਾਂ ਦੇ ਵਿੱਚ ਕੀ ਕੀਤਾ ਹੈਗਾ? ਹੁਣ ਜੇ ਉਹ ਕਹਿਣ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ, ਤਾਂ ਪਹਿਲਾਂ ਜਿਹੜੇ ਤਾਂ ਨਵੇਂ ਕੈਂਡੀਡੇਟ ਆ ਉਹ ਤਾਂ ਚਲੋ ਪਰਖੇ ਨਹੀਂ ਨਾ ਹੈਗੇ, ਉਹਨਾਂ ਨੂੰ ਤੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਸੁਸਾਇਟੀ 'ਚ ਅਦਰਵਾਈਜ਼ ਉਹਨਾਂ ਨੂੰ ਪਰਖਿਆ ਜਾ ਸਕਦਾ, ਪਰੰਤੂ ਜਿਹੜਾ ਕਿਸੇ ਅਹੁਦੇ ਤੇ ਰਿਹਾ ਆ, ਜਿਹਨੇ 4 ਸਾਲ ਤਨਖਾਹ ਲਈ ਆ, ਪਬਲਿਕ ਮਨੀ ਦੀ, ਟੈਕਸ ਪੇਅਰ ਮਨੀ ਦੇ ਵਿੱਚੋਂ ਹੀ ਉਹਨੂੰ ਤਨਖਾਹ ਮਿਲਦੀ ਆ ਨਾ, ਤੇ ਉਹਨੂੰ ਜ਼ਰੂਰ ਸਵਾਲ ਕਰਨਾ ਇਹ ਬਣਦਾ ਹੈਗਾ ਕਿ ਬਈ ਤੁਸੀਂ ਇਹਨਾਂ 4 ਸਾਲਾਂ ਦੇ ਵਿੱਚ ਕੀ ਕੀਤਾ ਆ। ਸੋ ਜਿਹੜੀ ਗੱਲ ਆਪਾਂ ਕਰ ਰਹੇ ਹੈਗੇ ਆ ਕਿ ਬਰੈਂਪਟਨ ਦੇ ਵਿੱਚ ਜਿਹੜੀ ਸਿਟੀ ਕੌਂਸਲ ਦੀ ਚੋਣ ਹੋ ਰਹੀ ਆ, ਇਹਦੇ ਵਿੱਚ ਅੱਗੇ ਵੀ ਅਸੀਂ ਗਾਏ ਬਗਾਏ ਗੱਲ ਕਰਦੇ ਹਾਂ, ਗਾਂਹ ਵੀ ਕਰਦੇ ਰਵਾਂਗੇ ਕਿ ਇਹਦੇ ਵਿੱਚ ਇਹ ਦੇਖਣਾ ਨਹੀਂ ਚਾਹੀਦਾ ਕਿ ਇਹ ਸਾਡੇ ਧਰਮ ਦਾ ਆ, ਸਾਡੇ ਭਾਈਚਾਰੇ ਦਾ ਆ, ਇਹ ਸਾਡੇ ਦੇਸ਼ ਤੋਂ ਆਇਆ ਹੈਗਾ, ਇਹਦਾ ਜਿਹੜਾ ਪਹਿਰਾਵਾ ਸਾਡੇ ਵਰਗਾ, ਇਹਦਾ ਕਲਰ ਸਾਡੇ ਵਰਗਾ ਆ। ਇੱਦਾਂ ਦੀਆਂ ਚੀਜ਼ਾਂ ਦੇਖਣ ਦੀ ਬਜਾਏ ਇਹ ਦੇਖਣਾ ਚਾਹੀਦਾ ਕਿ ਇਹ ਇੱਕ ਕੈਨੇਡੀਅਨ ਨਾਗਰਿਕ ਆ, ਕੈਨੇਡਾ ਦੇ ਇਸ ਸ਼ਹਿਰ ਲਈ ਇਹ ਕੀ ਕਰੇਗਾ, ਇੱਥੋਂ ਦੇ ਸ਼ਹਿਰੀਆਂ ਲਈ ਕੀ ਕਰੇਗਾ, ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਿਵੇਂ ਕਰੇਗਾ, ਸਿਟੀ ਦੀ ਡਿਵੈਲਪਮੈਂਟ ਵਾਸਤੇ ਇਹਦਾ ਕੀ ਵਿਜ਼ਨ ਆ, ਕੀ ਇਹ ਸੋਚਦਾ ਆ ਕਿ ਇਹ ਬਰੈਂਪਟਨ ਸ਼ਹਿਰ ਜਿਹੜਾ ਹੈਗਾ ਇਹ ਆਉਣ ਵਾਲੇ 10 ਸਾਲਾਂ ਦੇ ਵਿੱਚ, 20 ਸਾਲਾਂ ਦੇ ਵਿੱਚ ਕਿਸ ਕਿਸਮ ਦਾ ਸ਼ਹਿਰ ਹੋਏਗਾ, ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ, ਇੱਥੇ ਕੋਈ ਯੂਨੀਵਰਸਿਟੀ ਹੋਏਗੀ, ਇੱਥੇ ਕੋਈ ਵਧੇਰੇ ਹਸਪੀਟਲ ਹੋਣਗੇ। ਇਹ ਚੀਜ਼ਾਂ ਜਿਹੜੀਆਂ ਆ ਇਹ ਖਿਆਲ ਕਰਨਾ ਚਾਹੀਦਾ ਆ। ਕਿਸੇ ਕੈਂਡੀਡੇਟ ਕੋਲੋਂ ਪਕੌੜੇ ਖਾ ਲੈਣੇ, ਕਿਸੇ ਕੈਂਡੀਡੇਟ ਕੋਲੋਂ ਕੌਫੀ ਪੀ ਲੈਣੀ, ਇਹ ਮੇਰਾ ਖਿਆਲ ਕੋਈ ਦਿਆਨਤਦਾਰ ਵਾਲੀ ਗੱਲ ਨਹੀਂ ਹੈ। ਕੋਈ ਵੀ ਉਮੀਦਵਾਰ ਜਿਹੜਾ ਡੋਰ ਨੌਕ ਕਰਦਾ ਜਾਂ ਤੁਹਾਨੂੰ ਕਿਸੇ ਟਾਊਨ ਹਾਲ ਮੀਟਿੰਗ ਦੇ ਵਿੱਚ ਸੱਦਦਾ ਆ, ਉੱਥੇ ਜ਼ਰੂਰ ਇਹ ਸਵਾਲ ਕਰਨੇ ਚਾਹੀਦੇ ਆ, ਕਿਉਂਕਿ ਜਿਹੜੇ ਕੈਂਡੀਡੇਟ ਨੇ ਉਹ ਤਾਂ ਹੀ ਮਸਲਿਆਂ ਨੂੰ ਸਮਝਣਗੇ, ਮਸਲਿਆਂ ਨੂੰ ਉਠਾਉਣਗੇ ਜੇ ਵੋਟਰਾਂ ਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਹੋਏਗਾ, ਚੁਣੇ ਜਾਣ ਤੋਂ ਪਹਿਲਾਂ ਵੀ ਤੇ ਚੁਣੇ ਜਾਣ ਤੋਂ ਬਾਅਦ ਵੀ। ਜੀ ਪ੍ਰੋਫੈਸਰ ਸਾਹਿਬ, ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਔਰ ਲਗਭਗ ਸਾਰੀਆਂ ਗੱਲਾਂ ਆਈਡੀਅਲ ਤੇ ਇਦਾਂ ਹੋਣਾ ਚਾਹੀਦਾ, ਇਹ ਸਾਰੇ ਸਮਝਦੇ ਆਪਾਂ, ਇਹ 'ਚ ਕੋਈ ਦੋ ਰਾਵਾਂ ਨਹੀਂ, ਵਾਕਿਆ ਹੀ ਇਦਾਂ ਹੋਣਾ ਚਾਹੀਦਾ। ਪਰ ਅਖੀਰ ਜਾਈ ਤੁਸੀਂ ਕੁਝ ਗੱਲ ਗਲਤ ਕਰ ਗਏ ਹੋ ਕਿ ਪਕੌੜੇ ਨਹੀਂ ਖਾਣੇ ਚਾਹੀਦੇ, ਕੌਫੀ ਨਹੀਂ ਪੀਣੀ ਚਾਹੀਦੀ। ਮਸਾਂ ਤੇ ਮੌਕਾ ਆਉਂਦਾ 4-5 ਸਾਲ ਬਾਅਦ, ਤੁਸੀਂ ਕਿਉਂ ਲੋਕਾਂ ਦਾ ਜਿਹੜਾ ਹੈਗਾ ਬਣਿਆ ਰੂਟੀਨ ਖਰਾਬ ਕਰਦੇ ਹੋ? ਮਸਾਂ ਮਾਸਟਰਾਂ ਨੂੰ ਮਾਰਚ ਅਪ੍ਰੈਲ ਫਰਵਰੀ 'ਚ ਇਮਤਿਹਾਨ ਆਉਣ ਤੋਂ ਕੋਈ ਪੁੱਛਦਾ ਹੁੰਦਾ ਸੀ, ਸਾਰਾ ਸਾਲ ਮਾਸਟਰ ਨੂੰ ਕੋਈ ਸਤਿ ਸ੍ਰੀ ਅਕਾਲ ਬੁਲਾ ਕੇ ਰਾਜੀ ਨਹੀਂ। ਤੇ ਇਦਾਂ ਹੀ ਵੋਟਰ ਆ ਵਿਚਾਰਾ, 4-5 ਸਾਲ ਬਾਅਦ ਉਹਦੀ ਵਾਰੀ ਆਉਂਦੀ, ਜੇ 2 ਦਿਨ ਚਾਹ ਪੀ ਲੂ ਤੇ ਤੁਹਾਨੂੰ ਦੱਸੋ ਕੀ ਤਕਲੀਫ ਹੈ? ਸਰ ਪੀ ਲੈਣ ਦਿਓ। ਮੈਨੂੰ ਤਾਂ ਗਿੱਲ ਸਾਹਿਬ ਕੋਈ ਤਕਲੀਫ ਨਹੀਂ ਗਈ, ਪਰ ਮੈਂ ਕਹਿੰਦਾ ਵੀ ਕੋਈ ਹਰਜ ਨਹੀਂ, ਪੀ ਲਵੇ ਬੇਸ਼ੱਕ, ਪਕੌੜੇ ਵੀ ਖਾ ਲਵੇ, ਪਰ ਉਹ ਵੋਟ ਪਕੌੜੇ ਖਾ ਕੇ ਤੇ ਚਾਹ ਪੀ ਕੇ ਨਾ ਪਾਵੇ। ਉਹ ਵੋਟ
ਕੈਂਡੀਡੇਟ ਦੀ ਕਾਬਲੀਅਤ ਨੂੰ ਵੇਖ ਕੇ ਪਾਵੇ। ਕਈ ਤੇ ਸਾਰੇ ਇਹੋ ਜਿਹੇ ਕੈਂਡੀਡੇਟ ਖੜ ਜਾਂਦੇ ਆ ਜਿਹੜੇ ਸਿਰਫ ਖੜਨ ਲਈ ਖੜਦੇ ਆ। ਜਿੱਦਾਂ ਤੁਸੀਂ ਪਹਿਲਾਂ ਕਿਹਾ ਨਾ ਧਰਤੀ ਭਗਤ ਸਿੰਘ, ਮੈਂ ਵੀ ਕਈ ਵਾਰ ਮਿਸਾਲ ਦਿੱਤੀ, ਮੇਰੇ ਪਿੰਡ ਦਾ ਵੀ ਇੱਕ ਹੁੰਦਾ ਸੀ ਗਿਆਨੀ ਬੰਬ, ਉਹਨੂੰ ਘਰ ਦੇ ਜਦੋਂ ਇਲੈਕਸ਼ਨ ਅਨਾਉਂਸ ਹੁੰਦੀਆਂ ਸੀ ਤਾਲਾ ਮਾਰ ਕੇ ਅੰਦਰ ਬੰਦ ਕਰ ਦਿੰਦੇ ਸੀ, ਬਾਰੀ ਥਾਣੀ ਰੋਟੀ ਬਣਾਉਂਦੇ ਸੀ ਵੀ ਇਹਨੇ ਪੇਪਰ ਭਰਨ ਨੂੰ ਜਾ ਕੇ ਤੇ ਸਾਡੇ ਕੋਲ ਸਿਆਪਾ ਪੈ ਜਾਣਾ, ਤੇ 2-3 ਇਹਨੇ ਪੁਲਸੀਏ ਲਈ ਫਿਰਨੇ ਆ, ਤੇ ਉਹ ਬਲੈਕਮੇਲਰ ਜਿਹਾ ਬੰਦਾ ਸੀ। ਇਦਾਂ ਦੇ ਬਥੇਰੇ ਨੇ। ਤੇ ਮੈਂ ਵੀ ਇੱਕ ਮਿੱਤਰ ਹੋਰ ਖੜੇ, ਮੈਂ ਕਿਹਾ ਕਿਤੇ ਦਫ਼ਤਰ ਖੋਲ ਕੇ ਚਾਹ ਪਾਣੀ ਪਿਆ ਚਾਰ ਸੱਜਣਾ ਨੂੰ, ਇਦਾਂ ਥੋੜੀ ਵੋਟਾਂ ਪੈ ਜਾਣੀਆਂ। ਤੇ ਉਹ ਫਿਰ ਤੁਹਾਡਾ ਮਿੱਤਰ ਕੀ ਕਹਿੰਦਾ? ਅਜੇ ਤਿਆਰੀ ਖੰਭ ਅਗਲੇ ਆਪਣੇ ਕਰ ਰਹੇ ਆ, ਖੋਲ ਖਾਲ ਰਹੇ ਆ, ਦੇਖਦੇ ਆ ਕੀ ਕਰਦੇ ਆ। ਬਹੁਤ ਸਾਰੇ ਮਿੱਤਰ ਨੇ ਇਦਾਂ ਦੇ। ਅੱਛਾ, ਆਪਾਂ ਗੱਲ ਕੱਲੀ ਬਰੈਂਪਟਨ ਦੀ ਕਰੀ ਜਾਂਦੇ ਆ। ਮਿਊਨਿਸਪਲ ਚੋਣਾਂ ਦੇ ਸਾਰੇ ontario 'ਚ ਹੋ ਰਹੀਆਂ ਆਪਣੇ ਕਾਲੋ ਸਾਹਿਬ, ਤੇ ਇੱਕ ਸਰਵੇ ਰਿਪੋਰਟ ਆਈ ਹੈ 2-4 ਦਿਨ ਪਹਿਲਾਂ ਕਿ ਆਉਣ ਵਾਲੇ 10 ਸਾਲਾਂ ਨੂੰ ਟੋਰਾਂਟੋ ਜਿਹੜਾ ਹੈ ਇਹਦੀ 20% ਆਬਾਦੀ ਹੋਰ ਵੱਧ ਜਾਣੀ ਆ। ਹਾਊਸਿੰਗ ਇੰਡਸਟਰੀ ਦਾ ਇੱਥੇ ਬੁਰਾ ਹਾਲ ਹੋ ਰਿਹਾ, ਬਹੁਤ ਥੱਲੇ ਗਿਆ ਭਾਵੇਂ ਕੰਮ। ਇਹਦੇ ਬਾਵਜੂਦ ਕਿਹਾ ਜਾ ਰਿਹਾ ਕਿ ਖਾਸ ਕਰਕੇ ਟੋਰਾਂਟੋ ਏਰੀਆ ਜਿਹੜਾ ਤੇ ontario ਸਾਰਾ ਹੀ, ਇੱਥੇ ਘਰਾਂ ਦੀਆਂ ਕੀਮਤਾਂ ਦੇ ਬਹੁਤਾ ਚਿਰ ਸਰਕਾਰ ਚੈੱਕ ਨਹੀਂ ਲਾ ਸਕਦੀ। ਹਾਲਾਂਕਿ ਲੱਗਦਾ ਹੈ ਕਿ ਅਗਲੀ ਜਿਹੜਾ 1% ਵਧਣ ਵਾਲਾ ਸੀ ਉੱਤੇ ਸ਼ਾਇਦ ਮੁੜ ਕੇ ਬੈਂਕ ਜਿਹੜੇ ਵਿਚਾਰ ਕਰ ਰਹੇ ਆ, ਪਰ ਆਬਾਦੀ ਇੰਨੀ ਹੋ ਜਾਣੀ ਆ ਕਿ ਸਾਡਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਉਹ ਕਲੈਪਸ ਹੋ ਜਾਣਾ ਆ। ਸੜਕਾਂ ਬਹੁਤ ਕੁਝ ਆ, ਸਾਡੇ ਕੋਲ ਬਹੁਤ ਚੀਜ਼ਾਂ ਚਾਹੀਦੀਆਂ ਨੇ, ਇੱਥੇ ਬਹੁਤ ਸਾਰੇ ਹਸਪਤਾਲ ਚਾਹੀਦੇ ਨੇ, ਬਹੁਤ ਸਾਰੇ ਹੋਰ ਸਕੂਲ ਪਾਰਕਾਂ, ਬਹੁਤ ਕੁਝ ਚਾਹੀਦਾ, ਜਿਹਦੇ ਲਈ ਵਸੋਂ ਦੇ ਹਿਸਾਬ ਨਾਲ ਸਾਰਾ ਕੁਝ ਛੋਟਾ ਪੈ ਜਾਣਾ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੇ ਲੁਧਿਆਣੇ ਦੇ ਚੌੜੇ ਬਾਜ਼ਾਰ ਵਾਲਾ ਕੰਮ ਬਣ ਜਾਣਾ, ਜਾਂ ਫਿਰ ਤੁਹਾਡੇ ਜਲੰਧਰ ਦੀ ਬਸਤੀ ਜੋਧਾਂ, ਤੇ ਇਹੋ ਜਿਹਾ ਹਾਲ ਹੋ ਗਿਆ। ਤੇ ਫਿਰ ਕੈਨੇਡਾ ਤੇ ਭਾਰਤ 'ਚ ਕੋਈ ਬਹੁਤਾ ਫਰਕ ਨਹੀਂ ਰਹਿਣਾ। ਉਹਦੇ ਲਈ ਕੋਈ ਦੂਰ ਦ੍ਰਿਸ਼ਟੀ ਕਿਸੇ ਕੈਂਡੀਡੇਟ ਕੋ ਹੋਵੇ। ਇਕੱਲੇ ਬਰੈਂਪਟਨ ਦੀ ਗੱਲ ਨਾ ਕਰੀਏ, ਮਿਸੀਸਾਗਾ 'ਚ ਵੀ ਆਪਣੇ ਕਮਿਊਨਿਟੀ ਦੇ ਲੋਕ ਰਹਿੰਦੇ ਆ, ਪਾਕਿਸਤਾਨੀ ਭਾਈਚਾਰਾ ਉੱਥੇ ਕਾਫੀ ਮਾਤਰਾ 'ਚ ਰਹਿੰਦਾ ਆ। ਮੈਂ ਜਿੱਥੇ ਕਿਤੇ ਜਾਣਾ ਕੰਮ ਤੇ, ਉੱਥੇ 2 ਭਰਾ ਸਵੇਰੇ ਪਾਕਿਸਤਾਨ ਦੀ ਬੜੀ ਪੋਲਿਟਿਕਸ ਡਿਸਕਸ ਕਰ ਰਹੇ ਹੁੰਦੇ ਰੋਜ਼। ਉਹ ਮੈਂ ਕਿਹਾ ਭਰਾ ਕੁਛ ਨਹੀਂ ਹੁੰਦਾ, ਬਹੁਤਾ ਫਿਕਰ ਨਾ ਕਰਿਆ ਕਰੋ ਆਪਣੇ ਮੁਲਕ ਦਾ, ਉੱਥੇ ਸਭ ਕੁਝ ਚੱਲੀ ਜਾਣਾ, ਉੱਥੇ ਅੱਲਾ ਮੀਆਂ ਵਸਦਾ। ਸਾਡੇ ਮੁਲਕਾਂ ਦੇ ਵਿੱਚ ਰੱਬ ਦੀ ਕਿਰਪਾ, ਉੱਥੇ ਸਭ ਕੁਝ ਇੱਦਾਂ ਹੀ ਰਹਿਣਾ, ਤੇ ਤੁਸੀਂ ਇੱਥੋਂ ਦਾ ਫਿਕਰ ਕਰੋ ਥੋੜ੍ਹਾ ਬਹੁਤਾ। ਤੇ ਸਾਨੂੰ ਵੀ ਫਿਕਰ ਸਾਰਿਆਂ ਨੂੰ ਜ਼ਿਆਦਾ ਪਿੱਛੇ ਦਾ ਰਹਿੰਦਾ ਪੰਜਾਬ ਦਾ, ਤੇ ਉਹਦੀਆਂ ਗੱਲਾਂ ਕਰਦੇ ਹਾਂ। ਖਾਸ ਕਰਕੇ ਸਾਡਾ ਜਿਹੜਾ ਮੀਡੀਆ ਭਾਈਚਾਰੇ 'ਚ ਲੋਕ ਅਸੀਂ ਆ, ਇਹ ਸਾਨੂੰ ਵੀ ਵਹਿਮ ਹੋ ਜਾਂਦਾ ਆ ਕਿ ਅਸੀਂ ਮਾਈਕ ਤੇ ਆ ਕੇ ਬਹਿ ਜਾਂਦੇ ਆ ਤੇ ਸ਼ਾਇਦ ਸਾਡੀ ਬੜੀ ਫੈਨ ਫਾਲੋਇੰਗ ਹੋ ਗਈ ਆ, ਤੇ ਆਪਣੀ ਇਸ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ, ਇਲੈਕਸ਼ਨਾਂ ਦੇ ਵਿੱਚ। ਇੱਕ ਅੱਧੇ ਨੂੰ ਛੱਡ ਕੇ ਕਾਮਯਾਬੀ ਘੱਟ ਹੀ ਕਿਤੇ ਨਜ਼ਰ ਆਈ ਆ, ਸਗੋਂ ਉਲਟਾ ਹੀ ਕੰਮ ਹੁੰਦਾ ਰਿਹਾ ਕਿ ਅਖੀਰਲੀ ਮੂਵਮੈਂਟ ਤੇ ਸਤਿ ਸ੍ਰੀ ਅਕਾਲ ਬੋਲ ਦਿੰਦੇ ਅਗਲੇ। ਤੇ ਇਸ ਵਾਰ ਫਿਰ ਸਾਡੇ ਭਾਈਚਾਰੇ ਦੇ ਇੱਕ ਮਿੱਤਰ ਦੱਸੀ, ਜਿੱਦਾਂ ਜ਼ਿਕਰ ਕੀਤਾ, ਖੜੇ ਨੇ ਮੇਅਰ, ਦੇਖਦੇ ਆ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੀ ਰਹਿੰਦੀ ਆ। ਵੈਸੇ ਉਹ ਚੰਗੇ ਮੇਲ ਮਿਲਾਪ ਵਾਲੇ ਵਿਅਕਤੀ ਨੇ, ਲੋਕਾਂ 'ਚ ਚੰਗੀ ਉਹਨਾਂ ਦੀ ਹੈਲੋ ਹਾਏ ਹੈਗੀ ਆ, ਕੋਈ ਲੀਡਰਾਂ ਨਾਲ ਫੇਰਾ ਤੋਰਾ ਵੀ ਉਹਨਾਂ ਦਾ ਚੰਗਾ ਆ। ਉਹ ਕਿੰਨਾ ਕੁ ਲੋਕਾਂ ਨੂੰ ਪ੍ਰਭਾਵਿਤ ਕਰ ਪਾਉਂਦੇ, ਆਪਣੇ ਲੋਕਾਂ ਨੂੰ ਕਿੰਨਾ ਕੁ ਜੋੜ ਪਾਉਂਦੇ ਆ, ਅਜੇ ਉਹਨਾਂ ਦੀ ਮੈਨੂੰ ਲੱਗਦਾ ਨਹੀਂ ਵੀ ਉਸ ਤਰੀਕੇ ਨਾਲ ਪਹੁੰਚ ਹੋਇਆ। ਜੇ ਉਤਲੇ ਸਰਕਲ 'ਚ ਉਹਨਾਂ ਦੀ ਪਹੁੰਚ ਹੋਊਗੀ ਸ਼ਾਇਦ, ਤੇ ਪਰ ਅਜੇ ਥੱਲੇ ਮੈਂ ਵੇਖਿਆ ਨਹੀਂ ਉਹਨਾਂ ਨੂੰ ਕੋਈ ਬਹੁਤਾ ਐਕਟਿਵਲੀ ਕੰਮ ਕਰਦੇ ਆ, ਜਾਂ ਅਜੇ ਪਾਬੰਦੀਆਂ ਕੋਈ ਹੋਣਗੀਆਂ ਸ਼ਾਇਦ, ਅਜੇ ਸ਼ੁਰੂ ਨਹੀਂ ਹੋਏਗੀ ਕੰਪੇਨ, ਇਹੋ ਜਿਹੀ ਵੀ ਕੋਈ ਗੱਲ ਹੋ ਸਕਦੀ ਆ। ਤੇ ਬਾਕੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ, ਮੈਂ ਗੱਲ ਲੰਬੀ ਕਰ ਰਿਹਾ ਕਿ ਜਿਹੜੇ 4 ਸਾਲ ਇਲੈਕਸ਼ਨ ਲੜ ਕੇ ਤੇ ਦੁਬਾਰਾ ਆਉਂਦੇ, ਉਹਨਾਂ ਨੂੰ ਸਵਾਲ ਕਰੋ, ਜਿੱਥੋਂ ਤੱਕ ਤੇ ਹੈਗਾ, ਜਿੱਥੇ ਇਲੈਕਸ਼ਨ ਲੜੀ ਜਾਂਦੀ ਆ ਬੰਦੇ ਦੇ ਬਲਬੂਤੇ, ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਪਾਰਟੀਆਂ ਦਾ ਦਖਲ ਨਹੀਂ, ਪਰ ਹੁੰਦਾ ਤਾਂ ਹੈ ਉਹਦੇ ਮਗਰ। ਸਪੋਰਟ ਤੋਂ ਬਗੈਰ ਕੋਈ ਨਹੀਂ ਖੜਦਾ ਪਾਰਟੀ ਦੀ ਮਗਰ, ਬਗੈਰ ਸਪੋਰਟ ਤੋਂ। ਤੇ ਜੇਕਰ ਤੁਸੀਂ ਗੱਲ ਕਰੋ ਕਿਸੇ MPP ਰਹੇ ਬੰਦੇ ਦੀ, ਜਾਂ ਕਿਸੇ MP ਰਹੇ, ਮੈਂਬਰ ਪਾਰਲੀਮੈਂਟ ਕੋਈ ਰਿਹਾ ਜਾਂ ਰਹੀ ਭੈਣ ਭਰਾ ਆਪਣਾ ਕੋਈ, ਤੇ ਉਹਦੇ ਕੋਲ ਸਵਾਲ ਪੁੱਛਣ ਦਾ ਤੇ ਕੋਈ ਬਹੁਤੀ ਸਿਆਣਪ ਨਹੀਂ ਆ। ਸਵਾਲ ਪੁੱਛ ਕੇ ਸ਼ਰਮਿੰਦੇ ਹੋਣ ਵਾਲੀ ਗੱਲ ਆ, ਕਿਉਂਕਿ ਉਹਨਾਂ ਵਿਚਾਰਿਆਂ ਦੇ ਤੇ ਪੱਲੇ ਕੁਝ ਨਹੀਂ ਹੁੰਦਾ, ਉਹਨਾਂ ਤੇ ਆਪਣੀ ਜੌਬ ਇੱਕ ਕ੍ਰੀਏਟ ਕੀਤੀ ਹੁੰਦੀ ਆ, ਤੇ ਜੋ ਲੀਡਰ ਕਹਿੰਦਾ ਉਹ ਬੋਲਦੇ ਆ। ਇਲੈਕਸ਼ਨ 'ਚ ਆ ਕੇ ਜੋ ਮਰਜ਼ੀ ਕਹੀ ਜਾਣ, ਤੁਹਾਡੀ ਗਰਾਜ 'ਚ ਬਹਿ ਕੇ ਇਹ ਕਰ ਦਾਂਗੇ ਉਹ ਕਰ ਦਾਂਗੇ, ਮਗਰੋਂ ਕਦੀ ਉਹਨਾਂ ਦਾ ਨਾ ਕਦੀ ਕੋਈ ਬਿੱਲ ਲੈ ਕੇ ਆਉਂਦੇ ਆ, ਤੇ ਨਾ ਹੀ ਕਦੀ ਉਹਨਾਂ ਨੇ ਕਦੀ ਕਿਸੇ ਮੁੱਦੇ ਤੇ ਜ਼ੁਬਾਨ ਖੋਲ੍ਹੀ ਆ। ਤੇ ਉਹਨਾਂ ਨੂੰ ਇਹ ਪੁੱਛਣ ਦਾ ਕੋਈ ਬਹੁਤਾ ਆਈਡੀਆ ਨਹੀਂ ਹੁੰਦਾ। ਜਦੋਂ ਇੱਕ ਵਾਰੀ ਬੰਦਾ ਇੰਟਰ ਕਰ ਜਾਂਦਾ ਨਾ ਪੋਲਿਟਿਕਸ 'ਚ, 1-2 ਟਰਮਾਂ ਤੇ ਪਾਰਟੀ ਬਿਨਾਂ ਨੋਮੀਨੇਸ਼ਨ ਤੋਂ ਟਿਕਟ ਦੇ ਦਿੰਦੀ ਆ, ਤੇ ਫਿਰ ਉਹ ਵੀ ਇੰਨਾ ਕੁ ਵੇਖ ਲੈਂਦੀ ਵੀ ਚਲੋ ਗਰੰਟੀ ਹੋ ਗਈ, ਹੁਣ ਇਹਦੀ ਪੈਨਸ਼ਨ ਲੱਗ ਗਈ ਆ ਤੇ ਹੁਣ ਇਹਨੂੰ ਘਰ ਬਾਹ ਸਕਦੇ ਆ। ਇੱਦਾਂ ਦਾ ਮਾਹੌਲ ਹੈ ਇੱਥੇ। ਜਿੱਦਾਂ ਤੁਸੀਂ ਠੀਕ ਹੀ ਕਿਹਾ ਹੈਗਾ ਵੀ ਕੁਝ ਫਾਸਲਾ ਤਾਂ ਜਿਹੜੀ ਗੱਡੀ ਆ ਨਾ ਜੀ, ਉਹਦੇ ਇੰਜਣ ਨਾ ਵੀ ਹੋਏ ਤੇ ਉਹ ਆਖੇ ਕੰਪਨੀ ਦੀ ਮਸ਼ਹੂਰੀ ਕਰਕੇ ਹੀ ਕੱਢ ਜਾਂਦੀ ਹੈਗੀ ਆ। ਇਹ ਠੀਕ ਹੈ ਤੁਹਾਡੀ ਗੱਲ ਕਿ ਜਿਹੜੇ ਬਹੁਤੇ ਸਾਡੇ ਨੁਮਾਇੰਦੇ ਨੇ ਉਹ ਇਸ ਗੱਲ ਦਾ ਹੀ ਖਿਆਲ ਰੱਖਦੇ ਹੈਗੇ ਆ, ਯਾਨੀ ਇੱਦਾਂ ਕਹਿ ਲਓ ਕਿ ਉਹ ਆਪਣੇ ਲਈ ਰੁਜ਼ਗਾਰ ਪੈਦਾ ਕਰ ਲੈਂਦੇ ਆ।
ਤੇ ਜਿਹੜੇ ਉਹਨਾਂ ਨੂੰ ਦਫ਼ਤਰ ਵਗੈਰਾ ਖੋਲ੍ਹਣ ਦੀ ਸਹੂਲਤ ਮਿਲਦੀ ਆ, ਉਹਦੇ 'ਚ ਉਹ ਆਪਣੇ ਸਕੇ ਸੰਬੰਧੀ ਜਾਂ ਕੋਈ ਵਾਕਫਕਾਰ ਜਿਹੜੇ ਹੈਗੇ ਆ ਉਹਨਾਂ ਨੂੰ ਇੰਪਲਾਇਮੈਂਟ ਦੇ ਦਿੰਦੇ ਹੈਗੇ ਆ। ਬਾਕੀ ਜਿੱਥੇ ਉਹਨਾਂ ਦਾ ਕੰਮ ਹੈਗਾ ਉੱਥੇ ਉਹ ਕਿੰਨੀ ਕੁ ਪਰਫਾਰਮੈਂਸ ਕਰਦੇ ਹੈਗੇ ਆ, ਇਹ ਜਿਹੜੀ ਆ ਬਹੁਤੀ ਕਾਰਕਰਦਗੀ ਦੇਖਣ ਨੂੰ ਨਹੀਂ ਮਿਲੀ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ 30% ਆਬਾਦੀ ਜਿਹੜੀ ਆ ਉਹ ਸਾਡੇ ਸੂਬੇ ਦੀ ਵੱਧ ਜਾਣੀ ਆ, ਇਹ ਗਿੱਲ ਸਾਹਿਬ ਬਹੁਤ ਫਿਕਰ ਵਾਲੀ ਗੱਲ ਹੈਗੀ ਆ। ਇਹਦੇ 'ਚ ਇਹ ਆ ਕਿ ਅਸੀਂ ਵੀ ਕਿਉਂਕਿ ਇਮੀਗ੍ਰੈਂਟ ਹੈਗੇ ਆ, ਅਸੀਂ ਵੀ ਪ੍ਰਵਾਸੀ ਆ, ਹੋਰ ਵੀ ਬਹੁਤ ਸਾਰੇ ਪ੍ਰਵਾਸੀ ਨੇ। ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਇੱਥੇ ਜਿਹੜੀ ਆ ਉਹ ਮਾਈਗ੍ਰੇਸ਼ਨ ਬੰਦ ਹੋਣੀ ਚਾਹੀਦੀ ਆ, ਇਮੀਗ੍ਰੇਸ਼ਨ ਬੰਦ ਹੋ ਜਾਣੀ ਚਾਹੀਦੀ ਆ, ਪਰ ਇਹ ਮੈਂ ਨਿੱਜੀ ਤੌਰ ਤੇ ਜ਼ਰੂਰ ਮਹਿਸੂਸ ਕਰਦਾ ਆ ਕਿ ਇਹ ਲੰਗਰ ਲਾਉਣ ਵਾਲੀ ਜਿਹੜੀ ਨੀਤੀ ਹੈ ਨਾ, ਇਹ ਨਹੀਂ ਹੋਣੀ ਚਾਹੀਦੀ। ਹੁਣ ਦੁਨੀਆ ਦੇ ਵਿੱਚ ਇਹ ਠੀਕ ਆ ਕਿ ਸਾਡਾ ਮੁਲਕ ਜਿਹੜਾ ਹੈਗਾ ਕੈਨੇਡਾ, ਇਹ ਜਿਨੇਵਾ ਸੰਧੀ ਦਾ ਪਾਬੰਦ ਆ। ਇਹ ਜਿੱਥੇ ਕਿਤੇ ਕੋਈ ਮਨੁੱਖਤਾ ਤੇ ਘਾਣ ਹੁੰਦਾ ਹੈਗਾ ਉਹਨਾਂ ਦੀ ਮਦਦ ਕਰਨ ਲਈ ਵਚਨਬੱਧ ਆ, ਇਹ ਚੰਗੀ ਗੱਲ ਆ। ਪਰੰਤੂ ਥੋਕ ਦੇ ਵਿੱਚ ਇਹ ਕਿਸੇ ਦੇਸ਼ ਤੋਂ ਲਈ ਆਉਣੇ, ਜਿੱਦਾਂ ਸ੍ਰੀਲੰਕਾ ਤੋਂ ਬਹੁਤ ਸਾਰੇ ਲੋਕ ਆ ਗਏ, ਇਸੇ ਤਰ੍ਹਾਂ ਸੀਰੀਆ ਤੋਂ ਬਹੁਤ ਸਾਰੇ ਲੋਕ ਆ ਗਏ, ਹੁਣ ਯੂਕਰੇਨ ਤੋਂ ਆਪਣੇ ਜਿਹੜੇ ਆ ਉੱਧਰੋਂ ਲੋਕ ਆ ਰਹੇ ਹੈਗੇ ਆ। ਸੋ ਇਹ ਕੋਈ ਅੱਗੇ ਵੀ ਇੱਕ ਦਿਨ ਆਪਾਂ ਗੱਲ ਕੀਤੀ ਸੀਗੀ ਕਿ ਜੇ ਆਪਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰੀਏ ਤੇ ਕੀ ਅਫਗਾਨਿਸਤਾਨ ਦੇ ਵਿੱਚ ਨਹੀਂ ਹੋਈ, ਤੇ ਉਹਨਾਂ ਨੂੰ ਉਸ ਤਰੀਕੇ ਨਾਲ ਸਹਾਇਤਾ ਨਹੀਂ ਕੀਤੀ ਗਈ ਜਿੰਨੀ ਕਿ ਯੂਕਰੇਨ ਵਾਲਿਆਂ ਨੂੰ ਕੀਤੀ ਜਾ ਰਹੀ ਆ। ਤੋ ਕਿਤੇ ਨਾ ਕੋਈ ਚੈੱਕ ਹੋਣਾ ਜ਼ਰੂਰੀ ਆ। ਜਿਹੜੇ ਇਮੀਗ੍ਰੇਸ਼ਨ ਹੈਗੀ ਆ ਉਹਦੇ ਵਿੱਚ ਪ੍ਰਵਾਸੀ ਜਿਹੜੇ ਆਉਂਦੇ ਆ, ਉਹਨਾਂ ਦਾ ਝੂਠੇ ਸੱਚੇ ਕਾਗਜ਼ ਬਣਾ ਕੇ ਆ ਜਾਣ, ਉਹ ਵੱਖਰੀ ਗੱਲ ਆ, ਪਰ ਕੋਈ ਨਾ ਕੋਈ ਚੈੱਕ ਜਿਹੜਾ ਉਹ ਕੈਨੇਡਾ ਗਵਰਨਮੈਂਟ ਵੱਲੋਂ ਵੀ ਹੋਣਾ ਚਾਹੀਦਾ। ਸਰ ਕੈਨੇਡਾ ਗਵਰਨਮੈਂਟ ਦਾ ਕੋਈ ਡਿਪਾਰਟਮੈਂਟ ਚੈੱਕ ਲਾਵੇ ਤੇ ਗੱਲ ਵੱਖਰੀ ਆ। ਜਿਹੜੇ ਸਾਡੇ ਪੋਲੀਟੀਕਲ ਆਕਾ ਨੇ, ਜਿਹੜੇ ਲੀਡਰ ਨੇ, ਉਹਨਾਂ ਤੇ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ। ਜੇ ਉਹਨਾਂ ਨੂੰ ਲੱਗਦਾ ਕਿ ਯੂਕਰੇਨੀਅਨ ਭਾਈਚਾਰਾ ਸਾਨੂੰ ਜ਼ਿਆਦਾ ਵੋਟ ਦੇ ਸਕਦਾ ਆ ਤੇ ਉਹਨਾਂ ਦੀ ਕਮਿਊਨਿਟੀ ਚੋਂ ਲੀਡਰ ਵੀ ਬਣਾ ਕੇ ਵੱਡਾ ਬਿਠਾ ਸਕਦੇ ਆ। ਜੇ ਪਤਾ ਲੱਗੇ ਪੰਜਾਬੀ ਚਾਰ ਕਿਤੇ ਸਾਨੂੰ ਵੋਟਾਂ ਪਾਉਣਗੇ ਤੇ ਸਾਡੇ ਕੈਂਡੀਡੇਟ ਵੀ ਐਮਪੀ ਬਣ ਜਾਂਦੇ ਆ, ਐਮਪੀ ਬਣਨ ਤੋਂ ਬਾਅਦ ਮਿਨਿਸਟਰ ਵੀ ਬਣ ਜਾਂਦੇ ਆ, ਉਦੋਂ ਤੇ ਅਸੀਂ ਬੜੇ ਖੁਸ਼ ਹੁੰਦੇ ਆ ਕਿ ਸਾਡੇ ਭਾਈਚਾਰੇ ਦੇ ਇੰਨੇ ਮੰਤਰੀ। ਤੇ ਇੱਥੋਂ ਤੱਕ ਵੀ ਕਿ ਟਰੂਡੋ ਸਾਹਿਬ ਜਾ ਕੇ ਇੰਡੀਆ ਕਹਿ ਦਿੰਦੇ ਆ ਕਿ ਭਾਰਤ ਵਿੱਚ ਉਹਨੇ ਸਿੱਖ ਰਿਪਰੈਜ਼ੈਂਟੇਸ਼ਨ ਨਹੀਂ ਹੈ ਜਿੰਨੀ ਸਾਡੇ ਮੁਲਕ ਦੇ ਵਿੱਚ ਆ, ਤੇ ਅਸੀਂ ਇਹਨੂੰ ਬੜੇ ਫਖਰ ਨਾਲ ਮਾਣ ਨਾਲ ਕਹਿੰਦੇ ਆ। ਤੇ ਇਹੋ ਹੀ ਕੁਝ ਤੇ ਹੁੰਦਾ। ਸਾਰੀ ਸਿਆਸਤ ਹੈ ਹੀ ਹੈ, ਡੈਮੋਕ੍ਰੇਸੀ ਦੀ ਇੱਕ ਕਮਜ਼ੋਰੀ ਹੈ ਵੱਡੀ ਕਿ ਉਹਨਾਂ ਨੇ ਆਪਣੀ ਅਗਲੀ ਇਲੈਕਸ਼ਨ ਜਿੱਤਣ ਲਈ ਵੀ ਆਧਾਰ ਬਣਾਉਣੇ ਹੁੰਦੇ ਆ। ਉਹਨਾਂ ਨੂੰ ਵੋਟ ਚਾਹੀਦੀ ਹੁੰਦੀ ਆ, ਵੋਟ ਬੈਂਕ ਚਾਹੀਦਾ ਆ, ਉਹਦੇ ਲਈ ਉਹ ਕੋਸ਼ਿਸ਼ਾਂ ਕਰਦੇ ਆ। ਕੌਣ ਪੁੱਛਦਾ ਆ ਕਿ ਕੰਟਰੀ 'ਚ ਲੰਗਰ ਲਾਉਣ ਦਾ ਨੁਕਸਾਨ ਹੈ ਕਿ ਫਾਇਦਾ, ਜਿਹੜਾ ਤੁਸੀਂ ਸ਼ਬਦ ਵਰਤਿਆ। ਤੇ ਤੁਸੀਂ ਪ੍ਰਵਾਸੀ ਕਹਿ ਰਹੇ ਅਸੀਂ ਤਾਂ ਆਪਣੇ ਆਪ ਨੂੰ, ਚਲੋ ਚੰਗਾ ਵਾ, ਪ੍ਰਵਾਸੀ ਜਿਹੜੇ ਵੀ ਆਏ ਇਮੀਗ੍ਰੈਂਟ ਆ, ਪੰਜਾਬੀ 'ਚ ਉਹਦਾ ਨਾਂ ਪ੍ਰਵਾਸ ਕਰਕੇ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ। ਕਿਤੇ ਭਾਰਤ ਦੇ ਪ੍ਰਧਾਨ ਮੰਤਰੀ ਵਾਂਗੂ ਕਿਤੇ ਸਮੇਂ ਆਉਣ ਬਾਅਦ ਪਰਜੀਵੀ ਨਾ ਬਣ ਜਾਈਏ ਮੁਲਕ ਵਾਸਤੇ, ਕੁਝ ਨਾ ਕੁਝ ਕਰੀਏ ਵੀ ਇਹਦੇ ਲਈ। ਇਹਦੇ ਲਈ ਤਾਂ ਇਹ ਆ ਜੀ ਕਿ ਬੜੀ ਵਧੀਆ ਤੁਸੀਂ ਭਾਵੇਂ ਇੱਕ ਲਾਈਟਰ ਵੇਨ ਦੇ ਵਿੱਚ ਹੀ ਗੱਲ ਕੀਤੀ ਆ, ਇਹ ਬਹੁਤ ਮਹੱਤਵਪੂਰਨ ਗੱਲ ਹੈਗੀ ਆ ਕਿ ਜਿਹੜੇ ਲੋਕ ਕੈਨੇਡਾ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਥੋਂ ਦਾ ਸੱਭਿਆਚਾਰ, ਇੱਥੋਂ ਦੀ ਹਿਸਟਰੀ ਪੜ੍ਹ ਕੇ, ਤੇ ਇਹ ਜਿਹੜਾ ਮਲਟੀ ਕਲਚਰਲ ਕੰਟਰੀ ਹੈਗਾ। ਕਿਸੇ ਦਿਨ ਪ੍ਰੈਸ ਸਾਹਿਬ, ਕਿਸੇ ਆਪਣੇ ਸ਼ੋਅ ਤੇ ਬਹੁਤ ਕਾਲ ਆਪਣੇ ਸੱਜਣਾਂ ਨੂੰ ਅਸੀਂ ਕਹਿੰਦੇ ਵੀ ਨਹੀਂ, ਬਹੁਤੀਆਂ ਘੱਟ ਆਉਂਦੀਆਂ। ਕਿਸੇ ਦਿਨ ਆਪਾਂ ਟਾਕ ਸ਼ੋਅ ਇਸ ਵਿਸ਼ੇ ਤੇ ਕਰ ਸਕਦੇ ਹਾਂ ਕਿ ਜਿਹੜੇ 40-40, 50-50 ਸਾਲ ਦੇ ਇੱਥੇ ਆਏ ਹੋਏ ਲੋਕ ਆ, ਉਹ ਕਿੰਨੀ ਕੁ ਵਾਰ ਕੈਨੇਡਾ ਦੇ ਜਿਹੜੇ ਮਿਊਜ਼ੀਅਮ ਨੇ ਜਿੱਥੇ ਕੈਨੇਡਾ ਦੀ ਹਿਸਟਰੀ ਪਈ ਆ, ਕੈਨੇਡਾ ਕਿਵੇਂ ਬਣਿਆ, ਕੈਨੇਡਾ ਕੀ ਹੋਇਆ, ਵੇਖਣ ਗਏ ਆ। ਕੋਈ ਨਹੀਂ ਜਾਂਦਾ, ਸਾਰੇ ਬੀਚ ਤੇ ਜਾਂਦੇ ਆ ਨਹਾਉਣ ਕੱਛੇ ਪਾ ਕੇ, ਫਿਰ ਤੁਰ ਕੇ ਡਾਊਨਟਾਊਨ ਦੇ ਚੱਕਰ। ਰਿਸ਼ਤੇਦਾਰ ਆ ਜਾਏ ਤੇ ਕਦੀ ਉਹ $50 ਲਾ ਕੇ ਉੱਤੇ ਵੀ ਨਹੀਂ ਚੜਾਉਂਦੇ, ਅਸੀਂ ਥੱਲੇ ਦਿਖਾਉਂਦੇ ਉਹ ਟਾਵਰ ਆ, ਇੱਥੋਂ ਵੇਖ ਲਓ, ਹੈ ਨਾ, ਤੇ ਰੋਟੀ ਪਾਣੀ ਖਵਾ ਕੇ ਘਰ ਨੂੰ। ਹਾਲਾਤ ਆਪਣੇ ਇਹ ਆ ਕਿ ਕੋਈ ਬੰਦਾ ਇਹਨਾਂ ਚੀਜ਼ਾਂ ਨੂੰ ਜਾਣਨਾ ਨਹੀਂ ਚਾਹੁੰਦਾ। ਕੋਈ ਰੇਲਵੇ ਇੱਕ ਫੈਸਿਲਿਟੀ ਦਿੰਦੀ ਆ, ਜਦੋਂ ਆਪਾਂ ਸਿਟੀਜ਼ਨ ਬਣਦੇ ਆ ਕਿ ਤੁਸੀਂ ਐਕਸਪਲੋਰ ਕਰੋ ਕੈਨੇਡਾ ਨੂੰ, ਫ੍ਰੀ ਆਫ ਟਿਕਟ, ਜਾਓ ਜਿੱਥੇ ਮਰਜ਼ੀ। ਉਹ ਕਿੰਨਾ ਚਿਰ ਵੈਲਿਡ ਹੁੰਦੀ ਆ? ਮੈਨੂੰ ਆਪਣੇ ਭਾਈਚਾਰੇ 'ਚੋਂ ਦੱਸ ਦਿਓ ਕਿੰਨੇ ਲੋਕਾਂ ਨੇ ਉਸ ਚੀਜ਼ ਦਾ ਫਾਇਦਾ ਉਠਾਇਆ।
ਕਿ ਉਹਨਾਂ ਨੇ ਜਾ ਕੇ ਕੈਨੇਡਾ ਨੂੰ ਐਕਸਪਲੋਰ ਕੀਤਾ ਆ। ਹਾਂ, ਜ਼ਮੀਨ ਕਿਤੇ ਸਸਤੀ ਸਸਕੈਚੁਅਨ ਵੀ ਮਿਲਦੀ ਹੋਵੇ ਤੇ ਅਸੀਂ ਭੱਜ ਉੱਠਦੇ ਆ 2-4 ਜਣੇ ਇਕੱਠੇ ਹੋ ਗਏ। ਤੇ ਇਹੋ ਜਿਹੇ ਕੰਮਾਂ ਨੂੰ ਆਪਾਂ ਤਕੜੇ ਆ, ਪਰ ਇੱਥੋਂ ਦੇ ਸਿਸਟਮ ਨੂੰ, ਇੱਥੋਂ ਦੀ ਪੋਲਿਟਿਕਸ ਨੂੰ, ਇੱਥੋਂ ਦੇ ਸੱਭਿਆਚਾਰ ਨੂੰ, ਕਲਚਰ ਨੂੰ ਅਪਣਾਉਣਾ ਦੇ ਦੂਰ ਦੀ ਗੱਲ ਹੈ, ਅਸੀਂ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਆਪੋ ਆਪਣੇ ਗੈਟੋ ਬਣਾ ਕੇ ਬੈਠੇ ਆ। ਮੈਂ ਪਹਿਲਾਂ ਹੀ ਕਿਹਾ ਨਾ ਕਿ ਕਾਫੀ ਜ਼ਿਆਦਾ ਭਾਈਚਾਰਾ ਸਾਡਾ ਮਿਸੀਸਾਗਾ 'ਚ ਆ, ਪਾਕਿਸਤਾਨੀ ਮੁਸਲਿਮ ਭਾਈਚਾਰਾ। ਇਸੇ ਤਰ੍ਹਾਂ ਹੀ ਜਿਹੜਾ ਆਪਣਾ ਬਰੈਂਪਟਨ ਆ, ਅਸੀਂ ਬੜੇ ਮਾਣ ਨਾਲ ਕਹਿੰਦੇ ਆ ਸਿੰਘ ਡੇਲ ਆ ਜੀ, ਬਰਾਊਨ ਟਾਊਨ ਵੀ ਕਹਿੰਦੇ ਆ ਇਹਨੂੰ। ਮਤਲਬ ਆਪਾਂ ਤੇ ਆਪੋ ਆਪਣੇ ਗੈਟੋ ਬਣਾਏ ਹੋਏ ਆ, ਕਦੀ ਕਿਸੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਕਦੀ ਨਾ ਹੀ ਮਿਕਸ ਹੋਏ, ਨਾ ਕੋਈ ਕਰਦਾ। ਸਾਡਾ ਤੇ ਹਾਲ ਤੋਂ ਬਿਹਾਰੀ ਭਈਆਂ ਵਾਲਾ ਆ ਵੀ ਜਿੰਨਾ ਚਿਰ ਕੰਸਟਰਕਸ਼ਨ ਚੱਲਦੀ ਆ ਕਮਰੇ 'ਚ ਬੈਠੇ ਢੋਲਕੀ ਵਜਾਈ ਜਾਓ, ਨਾ ਕਿਸੇ ਦੇ ਜਾਣਾ ਤੇ ਨਾ ਕੋਈ ਸੱਦੇ। ਗਿੱਲ ਸਾਹਿਬ ਕਹਿੰਦੇ ਆ ਵੀ ਰੋਣਾ ਕਿਉਂ ਆ, ਇਹ ਥਾਲੀ 'ਚ ਹੀ ਕੁਛ ਨਹੀਂ। ਇਹ ਵਾਕਿਆ ਹੀ ਤੁਹਾਡੀ ਗੱਲ ਜਿਹੜੀ ਆ ਉਹ ਠੀਕ ਆ, ਪਰ ਸਵਾਲਾਂ ਦਾ ਸਵਾਲ ਇਹ ਆ ਵੀ ਤੁਸੀਂ ਦੇਖੋ ਇੱਥੇ ਆਪਣੇ ਕਿੰਨੇ ਬਜ਼ੁਰਗ ਨੇ, ਮਤਲਬ ਕੈਨੇਡਾ ਗਵਰਨਮੈਂਟ ਉਹਨਾਂ ਲੋਕਾਂ ਨਾਲੋਂ ਵੱਧ ਪੈਨਸ਼ਨ ਦੇ ਰਹੀ ਆ, ਬੁਢਾਪਾ ਪੈਨਸ਼ਨ, ਜਿਹੜੀ ਲੋਕ ਇੰਡੀਆ ਦੇ ਵਿੱਚ ਗਜ਼ਟਡ ਪੋਸਟਾਂ ਦੇ ਉੱਤੇ ਕੰਮ ਕਰਦੇ ਆਏ ਆ ਨਾ, ਉਹਨਾਂ ਨੂੰ ਵੀ ਇੰਡੀਆ ਦੀ ਉਨੀ ਪੈਨਸ਼ਨ ਨਹੀਂ ਮਿਲਦੀ ਜੀ। ਪਰੰਤੂ ਅਸੀਂ ਆਪਣੀਆਂ ਆਰਗੇਨਾਈਜੇਸ਼ਨਾਂ ਵੱਲੋਂ, ਭਾਵੇਂ ਸਾਡੀ ਐਸੋਸੀਏਸ਼ਨ ਆਫ ਸੀਨੀਅਰ ਕਲੱਬਸ ਹੋਵੇ ਜਾਂ ਸਾਡੀ ਪੈਨਸ਼ਨਰ ਐਸੋਸੀਏਸ਼ਨ ਹੋਵੇ, ਅਸੀਂ ਬਾਰ-ਬਾਰ ਅਪੀਲ ਕਰਨੇ ਆ ਵੀ ਭਾਈ ਤੁਸੀਂ ਪੀਆਰਸ਼ਿਪ ਤਾਂ ਲਈ ਆ, ਹੁਣ ਸਿਟੀਜ਼ਨਸ਼ਿਪ ਵੀ ਲੈ ਲਓ। ਜਦੋਂ ਸਿਟੀਜ਼ਨਸ਼ਿਪ ਲਓਗੇ ਫਿਰ ਤੁਹਾਡੇ ਕੋਲ ਵੋਟ ਦਾ ਅਧਿਕਾਰ ਆਏਗਾ, ਫਿਰ ਤੁਸੀਂ ਜਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਬਈ ਚੰਗੇ ਸਾਡੇ ਕੰਮ ਕਰ ਸਕਦਾ, ਸੁਸਾਇਟੀ ਨੂੰ ਬਿਹਤਰ ਕਰ ਸਕਦਾ, ਕੰਟਰੀ ਨੂੰ ਬਿਹਤਰ ਕਰ ਸਕਦਾ, ਪਰ ਸਾਡੇ ਬਹੁਤੇ ਲੋਕ ਜਿਹੜੇ ਆ ਜੀ ਉਹ ਪੈਨਸ਼ਨ ਲੈਣ ਦੇ ਵਿੱਚ ਤਾਂ ਇੰਟਰਸਟਿਡ ਹੈਗੇ ਆ ਤੇ ਉਹ ਸਿਟੀਜ਼ਨਸ਼ਿਪ ਨਹੀਂ ਲੈਂਦੇ। ਅਸੀਂ ਇੱਕ ਵਾਰੀ ਗਿੱਲ ਸਾਹਿਬ, ਸਾਡੇ ਰਾਜ ਗਰੇਵਾਲ ਇੱਕ ਪਾਰਲੀਮੈਂਟ ਦੇ ਮੈਂਬਰ ਹੁੰਦੇ ਸਨ ਜੀ, ਤੇ ਵਕੀਲ ਨੇ ਉਹ ਪੇਸ਼ੇ ਦੇ ਤੌਰ ਤੇ। ਬਾਕੀ ਪਾਰਲੀਮੈਂਟ ਦੇ ਮੈਂਬਰਾਂ ਕੋਲ ਜਦੋਂ ਅਸੀਂ ਜਾਈਏ ਤੇ ਉਹ ਤਾਂ ਯੈਸ ਕਰਕੇ ਵੀ ਜੋ ਵੀ ਅਸੀਂ ਗੱਲ ਕਰੀਏ ਫਿਕਰ ਨਾ ਕਰੋ ਪੂਰੀ ਹੋ ਜੂਗੀ। ਇੱਕ ਉਹਦੇ ਵਿੱਚ ਮੰਗ ਸੀਗੀ ਐਸੋਸੀਏਸ਼ਨ ਆਫ ਸੀਨੀਅਰ ਕਲੱਬਸ ਦੀ ਕਿ ਜਿਹੜਾ ਪੀਆਰ ਕਾਰਡ ਆ ਨਾ ਇਹ 5 ਸਾਲ ਲਈ ਰੀਨਿਊ ਹੁੰਦਾ ਹੈਗਾ, ਭਈ ਕਿਉਂ ਨਾ ਇਹਨੂੰ 5 ਸਾਲ ਦੀ ਬਜਾਏ 10 ਸਾਲ ਲਈ ਰੀਨਿਊ ਕਰਤਾ ਜਾਵੇ। ਜਿੰਨੇ ਐਮਪੀਜ਼ ਕੋਲ ਅਸੀਂ ਗਏ ਸਾਰਿਆਂ ਨੇ ਕਹੇ ਹਾਂਜੀ ਤੁਹਾਡੀ ਮੰਗ ਜਿਹੜੀ ਉਹ ਬੜੀ ਵਾਜਬ ਆ। ਤੇ ਰਾਜ ਗਰੇਵਾਲ ਜਿਹੜੇ ਆ ਉਹ ਬੜੇ ਤਰਕ ਸੰਗਤ ਜਵਾਬ ਜਿਹੜੇ ਆ ਉਹ ਦਿੰਦੇ ਸੀਗੇ ਤੇ ਸਾਨੂੰ ਉਹ ਕਹਿੰਦੇ ਵੀ ਤੁਸੀਂ ਇਹ ਮੰਗ ਜੂ ਕਰਦੇ ਆ ਭਈ ਰੀਨਿਊਅਲ ਜਿਹੜੀ ਪੀਆਰ ਦੀ ਆ ਉਹ ਪੀਆਰ ਕਾਰਡ ਦੀ 5 ਸਾਲ ਦੀ ਬਜਾਏ 10 ਸਾਲ ਦੀ ਹੋਵੇ। ਉਹ ਤੁਸੀਂ ਮੇਰੇ ਵੀਰੋ ਸਿਟੀਜ਼ਨ ਕਿਉਂ ਨਹੀਂ ਬਣ ਜਾਂਦੇ? ਤੁਸੀਂ ਇਹ ਮੰਗ ਕਰਨ ਦੀ ਬਜਾਏ ਆਪਣਾ ਫਰਜ਼ ਪਛਾਣੋ ਕਿ ਸਿਟੀਜ਼ਨਸ਼ਿਪ ਲੈ ਲਓ। ਸਿਟੀਜ਼ਨਸ਼ਿਪ ਲੈ ਕੇ ਤੁਸੀਂ ਇੱਥੋਂ ਦੀ ਕਿਸਮਤ ਘੜਨ ਦੇ ਵਿੱਚ ਹਿੱਸਾ ਪਾ ਸਕਦੇ ਆ। ਪਰ ਉਹਨਾਂ ਦੀ ਕਹੀ ਹੋਈ ਗੱਲ ਦਾ, ਸਾਡੀ ਕੀਤੀ ਹੋਈ ਅਪੀਲ ਦਾ ਕਿੰਨਾ ਕੁ ਅਸਰ ਹੋਇਆ ਤੁਸੀਂ ਆਪ ਇਮੇਜਿਨ ਕਰ ਸਕਦੇ ਹੋ। ਪ੍ਰੈਸ ਸਾਹਿਬ ਥੋੜਾ ਚਲ ਮੁੱਦਾ ਤੁਸੀਂ ਉਠਾਇਆ, ਬੜਾ ਵਧੀਆ ਇੰਟਰਸਟਿੰਗ ਮੁੱਦਾ ਹੈ। ਸਿਟੀਜ਼ਨਸ਼ਿਪ ਆਪਣੇ ਲੋਕ ਕਿਉਂ ਨਹੀਂ ਲੈਂਦੇ? ਕੀ ਕਾਰਨ ਲੱਗਦਾ ਤੁਹਾਨੂੰ ਕਿ ਸਿਟੀਜ਼ਨਸ਼ਿਪ ਬਹੁਤ ਸਾਰੇ ਸਾਡੇ ਬਜ਼ੁਰਗਾਂ 'ਚ ਖਾਸ ਕਰਕੇ ਇਹ ਰੁਝਾਨ ਜ਼ਿਆਦਾ ਆ, ਜਿਹੜੇ ਪੈਨਸ਼ਨਰ ਨੇ ਜਾਂ ਕੁਝ ਲੋਕ ਨੇ ਉਹਨਾਂ 'ਚ ਰੁਝਾਨ ਜ਼ਿਆਦਾ ਆ। ਉਹਦੇ ਪਿੱਛੇ ਕਿਹੜੇ ਇੰਟਰਸਟ ਤੁਹਾਨੂੰ ਲੱਗਦਾ ਜਿਹੜੇ ਉਹਨਾਂ ਨੂੰ ਉਹ ਵਾਚ ਕਰਦੇ ਆ ਜਿਹਦਾ ਕਰਕੇ ਸਿਟੀਜ਼ਨਸ਼ਿਪ ਨਹੀਂ ਲੈਣਾ ਚਾਹੁੰਦੇ? ਇੱਕ ਤਾਂ ਜੀ ਉਹ ਇਹ ਦਲੀਲ ਦਿੰਦੇ ਆ ਬਈ ਜੇ ਅਸੀਂ ਸਿਟੀਜ਼ਨਸ਼ਿਪ ਲੈ ਲਈ ਤਾਂ ਅਸੀਂ ਨਾ ਇੰਡੀਆ ਦੇ ਵਿੱਚ ਜਿਹੜੀ ਐਗਰੀਕਲਚਰ ਲੈਂਡ ਆ ਨਾ ਜੀ ਉਹ ਨਹੀਂ ਖਰੀਦ ਸਕਣੀ। ਹੁਣ ਮੈਨੂੰ ਨਹੀਂ ਪਤਾ ਕਿੰਨੇ ਕੁ ਲੋਕਾਂ ਦੀ, ਕਿੰਨੇ ਕੁ ਲੋਕ ਅੱਜ ਉੱਥੇ ਜਾ ਕੇ ਖਰੀਦਦੇ ਆ, ਹੁਣ ਤੇ ਵੇਚਦੇ ਸਾਰੇ। ਮੈਂ ਇਸ ਗੱਲ ਦਾ ਜਵਾਬ ਵੀ ਗਿੱਲ ਸਾਹਿਬ ਦੇ ਰਿਹਾ ਆ ਕਿ ਜਿਹੜੇ ਇੱਥੇ ਆਪਣਾ ਦੇਸ਼ ਛੱਡ ਕੇ ਆਏ ਆ ਉਹਨਾਂ ਚੋਂ ਕਿੰਨੇ ਕੁ ਲੋਕ ਆ ਜਿਹੜੇ ਮੁਰੱਬਿਆਂ ਦੇ ਮਾਲਕ ਆ ਤੇ ਉੱਥੇ ਜਾ ਕੇ ਹੋਰ ਜ਼ਮੀਨ ਖਰੀਦਣੀ ਚਾਹੁੰਦੇ ਆ। ਇਹ ਦਲੀਲ ਉਹਨਾਂ ਦੀ ਕੋਈ ਬਹੁਤੀ ਕਾਰਗਰ ਨਹੀਂ ਹੈ। ਤੇ ਕੁਝ ਲੋਕ ਇਦਾਂ ਦੇ ਆ ਵੀ ਸਾਨੂੰ ਦੇਖੋ ਜੀ ਪੈਨਸ਼ਨ ਨਾਲ ਗਰਜ ਹੈਗੀ ਆ, ਉਹ ਸਾਨੂੰ ਪੀਆਰਸ਼ਿਪ ਤੇ ਵੀ ਮਿਲ ਜਾਂਦੀ ਆ ਤੇ ਸਿਟੀਜ਼ਨਸ਼ਿਪ ਲੈਣ ਦੀ ਸਾਨੂੰ ਤਾਂ ਕੋਈ ਲੋੜ ਨਹੀਂ ਹੈ। ਤੇ ਬਾਕੀ ਵੀ ਤੁਸੀਂ ਇਸ ਦੇਸ਼ ਦੀ ਕਿਸਮਤ ਬਣਾਉਣ 'ਚ ਹਿੱਸਾ ਪਾ ਸਕਦੇ ਹੋ,
ਉਹ ਕਹਿੰਦੇ ਜੀ ਸਾਡੀ ਕਿਸਮਤ ਦਾ ਕੀ ਆ, ਅਸੀਂ ਤਾਂ ਹੁਣ ਕੋਈ 5 ਸਾਲ ਕੋਈ 10 ਸਾਲ ਹੈਗੇ ਆ, ਸਾਨੂੰ ਬਹੁਤੀ ਕਿਸਮਤ ਦਾ ਕੋਈ ਫਰਕ ਨਹੀਂ ਪੈਂਦਾ, ਦੇਸ਼ ਦੀ ਕਿਸਮਤ ਤੇ ਬਣੇ ਭਾਈ ਭਾਵੇਂ ਨਾ ਬਣੇ। ਸਾਹਿਬ ਜਿਹੜੇ ਤੁਸੀਂ ਲੀਡਰ ਲੈ ਕੇ ਗਏ ਸੀਗੇ ਆਪਣੀ ਡਿਮਾਂਡ, ਤੇ ਤੁਹਾਡੀਆਂ ਜਦੋਂ ਅੱਖਾਂ ਖੁੱਲੀਆਂ ਰਾਜ ਗਰੇਵਾਲ ਰਾਣਾ, ਮੈਂ ਵੀ ਉਹਨਾਂ ਨੂੰ ਬਹੁਤ ਪਸੰਦ ਕਰਦਾ, ਉਹ ਵੱਖਰੀ ਗੱਲ ਆ ਕਿ ਉਹ ਇੱਕ ਐਸੇ ਕੇਸ ਫਸ ਗਏ ਜਿਹੜਾ 'ਚ ਨਹੀਂ ਸੀ ਫਸਣਾ ਚਾਹੀਦਾ। ਮੇਰੇ ਖਿਆਲ 'ਚ ਉਹ ਜਿਹੜੇ ਐਕਟਿਵ ਐਮਪੀ ਸਾਡੇ ਹੈਗੇ ਉਹਨਾਂ 'ਚ ਇੱਕ ਐਮਪੀ ਸੀਗੇ, ਮੈਨੂੰ ਵੀ ਕਈ ਵਾਰ ਜਾਣ ਦਾ ਮਿਲਣ ਦਾ ਮੌਕਾ ਮਿਲਿਆ, ਬਹੁਤ ਵਧੀਆ ਵਿਅਕਤੀ ਸੀਗੇ ਉਹ। ਤੇ ਮੈਨੂੰ ਇਹ ਦੱਸੋ ਵੀ ਤੁਸੀਂ ਜਾਂ ਅਸੀਂ ਸਾਰੇ ਰਲ ਕੇ ਜਿਹੜੀਆਂ ਸੀਨੀਅਰ ਦੀਆਂ ਐਸੋਸੀਏਸ਼ਨ ਆ ਉਹਨਾਂ ਦੀ ਲੀਡਰਸ਼ਿਪ ਵੱਲੋਂ ਇਹ ਡਿਮਾਂਡ ਕਿਉਂ ਨਹੀਂ ਰੱਖਦੇ ਕਿਸੇ ਐਮਪੀ ਕੋਲ ਜਾਂ ਕਿਸੇ ਐਮਪੀਪੀ ਕੋਲ ਕਿ ਆਪੋ ਆਪਣੀਆਂ ਅਸੈਂਬਲੀਆਂ 'ਚ ਬਿੱਲ ਲਿਆਓ, ਜਿਹੜਾ ਬੰਦਾ 5 ਸਾਲ ਦੀ ਪੀਆਰ ਤੋਂ ਬਾਅਦ ਸਿਟੀਜ਼ਨਸ਼ਿਪ ਨਹੀਂ ਲੈਂਦਾ ਉਹਨੂੰ ਪੈਨਸ਼ਨ ਨਹੀਂ ਲੱਗੂਗਾ। ਵੇਖਿਓ ਕਿੱਦਾਂ ਦੌੜਾਂ ਲੱਗਦੀਆਂ ਸਿਟੀਜ਼ਨਸ਼ਿਪ ਲੈਣ ਲਈ, ਲੈਣਾ ਲੱਗ ਜਾਣਗੀਆਂ ਉਸੇ ਦਿਨ ਤੋਂ। ਕਿਉਂ ਨਹੀਂ ਇਹ ਮੰਗ ਰੱਖਦੇ ਆਪਾਂ, ਜੇ ਆਪਾਂ ਇਹ ਚੀਜ਼ ਨੂੰ ਸਮਝਦੇ ਹਾਂ ਕਿ ਸਾਡੀ ਕਿਸਮਤ ਹੁਣ ਕੈਨੇਡਾ ਨਾਲ ਜੁੜੀ ਆ, ਤੇ ਜੇ ਕੈਨੇਡਾ ਦੀ ਕਿਸਮਤ ਸਵਾਰਨ 'ਚ ਸਾਡਾ ਕੋਈ ਯੋਗਦਾਨ ਨਹੀਂ ਤੇ ਫਿਰ ਸਾਡਾ ਪੈਨਸ਼ਨ ਲੈਣ ਦਾ ਵੀ ਕੋਈ ਹੱਕ ਨਹੀਂ ਆ। ਤੇ ਫਿਰ ਆਪਾਂ ਨੂੰ ਇਹ ਮੂਵਮੈਂਟ ਕਿਉਂ ਨਹੀਂ ਚਲਾਉਣੀ ਚਾਹੀਦੀ ਕਿ ਲੋਕ ਸਿਟੀਜ਼ਨਸ਼ਿਪ ਲੈਣ? ਨਹੀਂ ਤੇ ਜੇ 5 ਸਾਲ ਤੋਂ ਬਾਅਦ ਕਾਰਡ ਰੀਨਿਊ ਨਹੀਂ ਹੋਏਗਾ, ਜਿਹੜਾ ਸਿਟੀਜ਼ਨਸ਼ਿਪ ਲਏਗਾ ਉਹਦੀ ਪੈਨਸ਼ਨ ਲੱਗੂਗੀ, ਜਿਹਦਾ ਨਹੀਂ ਲਊਗਾ ਉਹਦੀ ਨਹੀਂ ਲੱਗੂਗੀ। ਤੇ ਆਪਣੇ ਆਪ ਵੇਖਿਓ ਕਿੱਦਾਂ ਵੀਰਾਂ ਘੱਤ ਕੇ ਪੈਨਸ਼ਨਾਂ ਵਾਲੇ ਲੈਣ ਲੱਗੇ ਤੁਰਦੇ ਆ। ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਜੀ, ਪਰ ਜਿਹੜੀਆਂ ਜਥੇਬੰਦੀਆਂ ਬਣਦੀਆਂ ਨਾ ਜੀ, ਉਹਨਾਂ ਦੇ ਵਿੱਚ ਜਿਹੜੇ ਬਰੋਡਰ ਇੰਟਰਸਟ ਹੈਗੇ ਆ ਜਾਂ ਜਿਹੜਾ ਬਰੋਡਰ ਵਿਜ਼ਨ ਆ, ਉਹਦੀ ਬਜਾਏ ਅਸਲ ਦੇ ਵਿੱਚ ਗਿੱਲ ਸਾਹਿਬ ਇਹ ਆ ਕਿ ਅਸੀਂ ਗਰੀਬ ਮੁਲਕ ਤੋਂ ਆਏ ਹੈਗੇ ਆ, ਤੇ ਅਸੀਂ ਇਸ ਗੱਲ ਨੂੰ ਹੀ ਤੁਸੀਂ ਹੈਰਾਨ ਹੋਵੋਗੇ ਗਿੱਲ ਸਾਹਿਬ, ਤੁਸੀਂ ਵੀ ਕਿਸੇ ਨਾਲ ਗੱਲ ਕਰਕੇ ਦੇਖ ਲਿਓ, ਸ਼ਾਇਦ ਕਰਕੇ ਦੇਖੀ ਵੀ ਹੋਏਗੀ, ਸਾਡੇ ਲੋਕ ਤਾਂ ਇਸ ਗੱਲ ਨੂੰ ਹੀ ਬੜੀ ਗਨੀਮਤ ਸਮਝਦੇ ਆ ਵੀ ਅਸੀਂ ਜੀ ਕੈਨੇਡਾ 'ਚ ਆ ਗਏ ਆ। ਉਹ ਇਸ ਗੱਲ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਸਮਝਦੇ ਆ, ਤੇ ਉਹ ਇਹ ਵੀ ਸਮਝਦੇ ਆ ਵੀ ਇਹ ਸਾਡੀ ਆਖਰੀ ਪ੍ਰਾਪਤੀ ਆ, ਇਹਦੋਂ ਗਾਂ ਸਾਡੀ ਕੋਈ ਪ੍ਰਾਪਤੀ ਨਹੀਂ ਹੋਣੀ, ਸਾਡੀ ਇਹੋ ਹੀ ਪ੍ਰਾਪਤੀ ਆ ਵੀ ਸ਼ੁਕਰ ਆ ਜੀ। ਇਹ ਸਾਹਿਬ ਇਹ ਗੱਲ ਤੁਸੀਂ ਆਪਣੇ ਏਜ ਗਰੁੱਪ ਤੇ ਸਾਡੇ ਏਜ ਗਰੁੱਪ ਤੇ ਜਾਂ ਕੁਝ ਲੋਕਾਂ ਤੇ ਲਾਗੂ ਕਰ ਸਕਦੇ ਹੋ। ਜਿਹੜੇ ਨਵੀਂ ਪੀੜ੍ਹੀ ਦੇ ਲੋਕ ਆ ਰਹੇ ਆ ਉਹ ਇਦਾਂ ਨਹੀਂ ਸੋਚਦੇ, ਉਹਨਾਂ ਨੇ ਅਜੇ ਬਹੁਤ ਮੰਜ਼ਲਾਂ ਪਾਰ ਕਰਨੀਆਂ। ਪੜ੍ਹੇ ਲਿਖੇ ਲੋਕ ਜਿਹੜੇ ਆ ਰਹੇ ਆ, ਚੰਗੇ ਬੱਚੇ ਆ ਰਹੇ ਆ, ਉਹ ਇਸ ਤਰੀਕੇ ਨਾਲ ਨਹੀਂ ਸੋਚਦੇ। ਪਰ ਸਾਡੀ ਬਦਕਿਸਮਤੀ ਇਹ ਆ ਕਿ ਸਾਡਾ ਵਿਜ਼ਨ, ਸਾਡੀ ਜਿਹੜੀ ਸਮਝ ਆ, ਤੁਸੀਂ ਕਿਹਾ ਨਾ ਕਿ ਇੱਥੋਂ ਵਾਲੇ ਜਿਹੜੇ ਬੋਰਨ ਬੱਚੇ ਆ ਉਹ ਇੱਥੋਂ ਦੇ ਕਲਚਰ ਨੂੰ ਸਮਝਦੇ, ਅੰਗਰੇਜ਼ੀ ਜ਼ਰੂਰ ਬੋਲਦੇ ਆ ਉਹ, ਪਰ ਜਿਹੜਾ ਕਲਚਰ ਨੂੰ ਸਮਝਣ ਦੀ ਗੱਲ ਆਪਾਂ ਵੇਖ ਹੀ ਲਿਆ ਸੀ ਨਾ ਪਿਛਲੀਆਂ ਇਲੈਕਸ਼ਨਾਂ 'ਚ। ਆਪਣੇ ਕੋਲ ਇੱਥੇ ਆਪਣੇ ਚੈਨਲ ਤੇ ਵੀ ਕੁਝ ਆਏ ਸੀਗੇ ਐਮਪੀ ਦੇ ਕੈਂਡੀਡੇਟ, ਤੇ ਸਵਾਲ ਜਵਾਬ ਕਰਦਿਆਂ ਹੀ ਤੁਹਾਨੂੰ ਉਹਨਾਂ ਦੀ ਵਿਜ਼ਨ ਦਾ ਤੇ ਉਹਨਾਂ ਦੀ ਲਿਆਕਤ ਦੀ ਸਮਝ ਲੱਗ ਜਾਂਦੀ ਹੈ ਵੀ ਅੱਗੇ ਜਾ ਕੇ ਕੀ ਕਰਨਗੇ। ਚਲੋ ਉਹ ਵੱਖਰੀ ਗੱਲ ਆ, ਕੋਈ ਜਿੱਤ ਗਿਆ ਕੋਈ ਹਾਰ ਗਿਆ, ਪਰ ਮੈਂ ਬੜਾ ਫੈਡਅਪ ਹੋਇਆ ਸੀ ਕੁਝ ਲੋਕਾਂ ਕੋਲ ਸੁਣ ਕੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਆ, ਸਿਰਫ ਇੰਨਾ ਪਤਾ ਕਿ ਮੇਰੇ ਪਾਪੇ ਨੇ ਪੈਸੇ ਲਾਤੇ ਤੇ ਮੈਂ ਇਲੈਕਸ਼ਨ 'ਚ ਖਲੋ ਗਿਆ ਜਾਂ ਖਲੋ ਗਈ ਆ। ਕੋਈ ਵਿਜ਼ਨ ਨਹੀਂ ਆ। ਅੰਗਰੇਜ਼ੀ ਬੋਲਣਾ ਕੋਈ ਬਹੁਤ ਵੱਡੀ ਗੱਲ ਨਹੀਂ ਆ। ਯੂਐਨਓ 'ਚ ਵੀ ਲੋਕ ਆਪੋ ਆਪਣੇ ਭਾਸ਼ਣ ਆਪਣੀ ਮਾਂ ਬੋਲੀ 'ਚ ਦੇ ਕੇ ਦੁਨੀਆ ਦਾ ਧਿਆਨ ਖਿੱਚ ਲੈਂਦੇ ਆ। ਜੇ ਕਿਸੇ ਨੂੰ ਕਿਸੇ ਦੀ ਡੈਫੀਸ਼ੀਐਂਸੀ ਹੈ ਵੀ ਅੰਗਰੇਜ਼ੀ ਬੋਲਣ 'ਚ, ਵੈਸੇ ਤਾਂ ਗੁਜ਼ਾਰੇ ਜੋਗੀ ਸਾਰੇ ਬੋਲ ਲੈਂਦੇ ਆ, ਉਹ ਗੂੰਗੇ ਵੀ ਸਮਝਾ ਲੈਂਦੇ ਇੱਦਾਂ ਉੱਦਾਂ ਕਰਕੇ ਕਈ ਚੀਜ਼ਾਂ, ਤੇ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਆ। ਗੱਲ ਤੇ ਇਹ ਕਿ ਤੁਹਾਡਾ ਵਿਜ਼ਨ ਕੀ ਆ, ਤੁਹਾਡੇ ਦਿਮਾਗ 'ਚ ਚੱਲ ਕੀ ਰਿਹਾ, ਇਸ ਕੰਟਰੀ ਵਾਸਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਹਾਡੇ ਖੜੇ ਹੋਣ ਦਾ ਮਕਸਦ ਕੀ, ਆਪਣੀ ਜੌਬ ਪੱਕੀ ਕਰਨਾ ਜਾਂ ਕੋਈ ਇਹ ਤੋਂ ਅੱਗੇ ਵੀ ਸੋਚਦੇ ਹੋ। ਗੱਲਾਂ ਤੇ ਇਹ ਨੇ, ਖਾਲੀ ਇਹ ਕਹਿ ਦੇਣਾ ਕਿ ਇੱਥੋਂ ਦੇ ਬੋਰਨ ਬੱਚੇ ਬੜੇ ਇਮਾਨਦਾਰ ਹੁੰਦੇ ਜੀ, ਉਹ ਝੂਠ ਨਹੀਂ ਬੋਲਦੇ ਜੀ, ਉਹ ਆ ਨਹੀਂ। ਮੈਂ ਆਮ ਹੀ ਸੁਣਦਾ ਇਹ ਗੱਲ, ਜਿੱਦਾਂ ਪਿੱਛੋਂ ਲਿਆਂਦਾ ਸਾਰਾ ਮਾਲ ਜਿਹੜਾ ਉਹ ਰੱਦੀ ਚੁੱਕ ਕੇ ਲਿਆਂਦੀ ਹੁੰਦੀ ਆਪਾਂ। ਸਾਰੇ ਮਾਪੇ ਚਾਹੁੰਦੇ ਆ ਸਾਡੇ ਬੱਚੇ ਝੂਠ ਨਾ ਬੋਲਣ, ਸਾਰੇ ਮਾਪੇ ਚਾਹੁੰਦੇ ਸਾਡੇ ਬੱਚੇ ਪੜ੍ਹਾਈ ਕਰਨ, ਸਾਰੇ ਮਾਪੇ ਚਾਹੁੰਦੇ ਆ ਸਾਡੇ ਬੱਚੇ ਤਰੱਕੀਆਂ ਕਰਨ। ਆਪ ਭਾਵੇਂ ਚੋਰ ਚੱਕੇ ਹੋਣ, ਉਹ ਵੀ ਚਾਹੁੰਦੇ ਨਹੀਂ ਸਾਡਾ ਬੱਚਾ ਜੀ ਬੜਾ ਚੰਗਾ ਇੱਕ ਵਿਅਕਤੀ ਬਣੇ। ਕੋਈ ਮਾਂ ਪਿਓ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਵੱਡਾ ਹੋ ਕੇ ਡਾਕੂ ਬਣੇ ਜਾਂ ਕੋਈ, ਦੋਵੇਂ ਐਂਡ ਨੇ, ਨਾ ਕੋਈ ਡਾਕੂ ਚੋਰ ਬਣਾਉਣਾ ਚਾਹੁੰਦਾ ਨਾ ਕੋਈ ਗ੍ਰੰਥੀ ਬਣਾਉਣਾ ਚਾਹੁੰਦਾ ਗੁਰਦੁਆਰੇ ਦਾ। ਸਾਰੇ ਹੀ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਵਾ ਉਹ ਤਰੱਕੀਆਂ ਦੀਆਂ ਮੰਜ਼ਲਾਂ ਸਰ ਕਰੇ, ਆਪ ਭਾਵੇਂ ਜੋ ਅਸੀਂ ਮਰਜ਼ੀ ਕਰਦੇ ਰਹੇ ਹੋਈਏ। ਸੋ ਇਹ ਕੋਈ ਕ੍ਰਾਈਟੇਰੀਆ ਨਹੀਂ ਆ ਕਿ ਇੱਥੇ ਦਾ ਬੋਰਨ ਉੱਥੇ ਦਾ ਬੋਰਨ ਹੈ। ਇਹ ਤੇ ਇਹਨਾਂ ਮੁਲਕਾਂ ਦੀ ਦਰਿਆਦਿਲੀ ਆ ਕਿ ਇਹਨਾਂ ਨੇ ਇਹਨਾਂ ਚੀਜ਼ਾਂ ਤੋਂ ਲੰਘ ਕੇ ਸਾਨੂੰ ਮੌਕੇ ਦਿੱਤੇ ਆ ਵੀ ਆਓ ਵੀ ਚੰਗੇ ਕੰਮ ਲਈ ਆਓ, ਅੱਗੇ ਆਓ, ਸਾਡੇ ਇਸ ਮੁਲਕ ਦੇ ਤੁਸੀਂ ਹੁਣ ਮੈਂਬਰ ਹੋ ਤੇ ਇਸ ਮੁਲਕ ਦੀ ਤਕਦੀਰ ਸਵਾਰਨ ਲਈ ਤੁਹਾਡਾ ਬਰਾਬਰ ਦਾ ਯੋਗਦਾਨ ਹੈ। ਕੋਈ ਜ਼ਰੂਰੀ ਨਹੀਂ ਆ ਕਿ ਕੋਈ ਇੱਥੇ ਜੰਮ ਕੇ ਹੀ ਇੱਥੋਂ ਦੀ ਬਿਹਤਰ ਸੇਵਾ ਕਰ ਸਕਦਾ ਆ। ਹਾਂ, ਨਵੀਂ ਪੀੜ੍ਹੀ ਨੂੰ ਇਹ ਜ਼ਰੂਰ ਚਾਹੀਦਾ ਕਿ ਉਹ ਨਾ ਸਿਰਫ ਕੈਨੇਡੀਅਨ ਸੱਭਿਆਚਾਰ, ਉਹ ਦੁਨੀਆ ਦਾ ਆਲਾ ਦੁਆਲਾ ਆਪਣੀ ਪੜ੍ਹਾਈ ਦੇ ਨਾਲ ਨਾਲ ਦੁਨੀਆ 'ਚ ਕੀ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਵਾਚ ਕਰਨ, ਵੇਖਣ, ਤਾਂ ਹੀ ਚੰਗੇ ਸ਼ਹਿਰੀ ਬਣ ਸਕਦੇ ਆ। ਕੱਲੀ
ਆਈਟੀ ਟੈਕਨੋਲੋਜੀ ਦੇ 4 ਅੱਖਰ ਸਿੱਖ ਕੇ ਕੋਈ ਬੰਦਾ ਕਹੇ ਕਿ ਮੈਂ, ਉਹ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ, ਖੋਤੇ ਤੇ ਦੁਨੀਆ ਭਰ ਦੀਆਂ ਕਿਤਾਬਾਂ ਲੱਦ ਦੋ, ਆਲਮ ਫਾਜ਼ਲ ਨਹੀਂ ਬਣ ਜਾਂਦਾ, ਉਹਨੇ ਖੋਤਾ ਹੀ ਰਹਿਣਾ ਆ। ਗੱਲ ਸਿਰਫ ਇਹ ਆ ਕਿ ਤੁਹਾਨੂੰ ਬਾਕੀ ਦੁਨੀਆ ਬਾਰੇ ਕੀ ਸਮਝ ਆ, ਤੁਸੀਂ ਕਰਨਾ ਕੀ ਚਾਹੁੰਦੇ ਹੋ, ਤੁਹਾਡੇ ਜੀਣ ਦਾ ਮਿਸ਼ਨ। ਆਪਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜ਼ਿੰਦਗੀ ਦੇ ਅੰਗ ਸੰਗ, ਉਹ 'ਚ ਸਵਾਲ ਉੱਠਦੇ ਭਈ ਕਾਹਦੇ ਲਈ ਜੰਮੇ ਹਾਂ, ਕਾਹਦੇ ਲਈ ਕੈਨੇਡਾ ਆਏ, ਕੀ ਸਾਡੇ ਜ਼ਿੰਦਗੀ ਦਾ ਮਕਸਦ ਕੀ ਆ, ਜੇ ਕੋਈ ਰੱਬ ਦੀ ਹੋਂਦ ਹੈ ਉਹਨੇ ਸਾਨੂੰ ਪੈਦਾ ਹੀ ਕਿਉਂ ਕੀਤਾ, ਤੇ ਜ਼ਿੰਦਗੀ ਦੇ ਮਾਇਨੇ ਵੀ ਤੇ ਸਮਝਣ ਦੀ ਕੋਸ਼ਿਸ਼ ਕਰੀਏ ਨਾ। ਗਿੱਲ ਸਾਹਿਬ, ਗੱਲ ਲੰਮੀ ਹੋ ਜਾਣੀ ਆ, ਜੜ੍ਹਾਂ ਤੱਕ ਜਾਣ ਲਈ ਟਾਈਮ ਜ਼ਿਆਦਾ ਚਾਹੀਦਾ ਆ। ਹੁਣ ਤੁਸੀਂ ਦੇਖੋ ਕਿ ਜਿਹੜੇ ਕਾਰਪੋਰੇਟ ਜਗਤ ਹੈਗਾ ਜਾਂ ਪੂੰਜੀਵਾਦੀ ਸੋਚ ਹੈਗੀ ਆ, ਉਹਦੇ 'ਚ ਹੁਣ ਤੁਸੀਂ ਦੇਖੋ ਇੱਥੇ ਬੱਚੇ ਜਿਹੜੇ ਆ ਉਹਨਾਂ ਨੂੰ ਮੀਂਹ ਤੇ ਆਈ ਸਿਖਾਇਆ ਜਾਂਦਾ ਹੈਗਾ ਹੈ, ਵੀ ਤੇ ਅਸ ਜਿਹੜਾ ਉਹ ਸਿਖਾਇਆ ਨਹੀਂ ਗਾ ਜਾਂਦਾ। ਇੰਡੀਵਿਜੂਅਲਿਜ਼ਮ ਤਾਂ ਮਤਲਬ ਇੱਕ ਛੋਟੇ ਜਿਹੇ ਬੱਚੇ ਤੋਂ ਭਰ ਦਿੱਤਾ ਜਾਂਦਾ। ਉਹ ਕਹਿੰਦਾ ਜੀ ਇਹ ਮੇਰਾ ਕਮਰਾ ਆ, ਮੇਰਾ ਟੀਵੀ ਆ, ਮੇਰੀ ਇਹ ਫਲਾਣੀ ਚੀਜ਼ ਆ, ਇਹ ਫਲਾਣੀ ਚੀਜ਼ ਜਿਹੜੀ ਆ ਉਹ ਉਹਦਾ ਮਾਲਕ ਮੈਂ ਆ। ਤਾਂ ਉਹਦੇ ਨਾਲ ਕਲੈਕਟਿਵ ਸੋਚ ਜਿਹੜੀ ਆ ਨਾ ਨਹੀਂ ਆਉਂਦੀ ਹੈਗੀ। ਦੂਜੀ ਗੱਲ ਜਿਹੜੀ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਆ, ਸਾਡੇ ਬਹੁਤੇ ਲੋਕਾਂ ਨੂੰ ਆਦਤ ਆ ਵੀ ਉਹ ਇੱਥੇ ਹੁਣ ਆਣ ਕੇ ਨਾ ਕਹਿਣਗੇ ਉਹ ਇੰਡੀਆ 'ਚ ਕੁਛ ਨਹੀਂ ਜੀ, ਇੱਥੇ ਸਭ ਕੁਛ ਆ। ਮੈਂ ਤੁਹਾਨੂੰ ਕੱਲ੍ਹ ਦੀ ਇੱਕ ਉਦਾਹਰਨ ਦਿੰਦਾ ਆ। ਅਸੀਂ ਕਿਸੇ ਦਫ਼ਤਰ ਦੇ ਵਿੱਚ ਕਿਤੇ ਕੋਈ ਹਾਲ ਬੁੱਕ ਕਰਾਉਣਾ ਸੀਗਾ। ਹਾਲ ਬੁੱਕ ਕਰਾਉਣ ਲਈ ਗਏ ਤਾਂ ਉਹ ਕਹਿੰਦੇ ਜੀ ਇੰਨੇ ਪੈਸੇ ਇਹਦੇ ਲੱਗਣੇ ਆ ਤੇ ਤੁਸੀਂ ਇਹਦਾ ਨਾ 20% ਐਡਵਾਂਸ ਜਮ੍ਹਾਂ ਕਰਾ ਦਿਓ। ਉਹਨਾਂ ਨੇ ਰਕਮ ਦੱਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ 20% ਇਹਦਾ ਜਿਹੜਾ ਨਾ ਉਹ ਇੰਨੇ ਡਾਲਰ ਬਣਨਗੇ। ਉਹਨਾਂ ਨੇ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ ਤੇ ਉਹ ਨਾ ਕੈਲਕੂਲੇਟਰ ਦੇ ਉੱਤੇ ਉਂਗਲਾਂ ਮਾਰਦੀਆਂ ਰਹੀਆਂ ਕੁੜੀਆਂ ਜਿਹੜੀਆਂ ਉੱਥੇ ਡੈਸਕ ਤੇ ਸੀਗੀਆਂ। ਤੇ 2 ਮਿੰਟ ਬਾਅਦ ਜਿਹੜੀ ਮੈਂ ਰਕਮ ਦੱਸੀ ਸੀਗੀ ਉਹ ਰਕਮ ਨਿਕਲੀ ਤੇ ਮੈਂ ਹੱਸ ਪਿਆ ਤੇ ਉਹ ਵੀ ਹੱਸ ਪਈਆਂ। ਮੈਂ ਕਿਹਾ ਜੀ ਗੱਲ ਇੱਦਾਂ ਆ ਕਿ ਇੰਡੀਅਨ ਬੱਚੇ ਜਿਹੜੇ ਆ ਨਾ ਉਹ ਮੈਥੇਮੈਟਿਕਸ ਦੇ ਵਿੱਚ ਔਰ ਫਿਜ਼ਿਕਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਆ। ਔਰ ਉਹ ਲੇਡੀ ਉੱਥੇ ਮੈਨੇਜਰ ਸੀਗੀ, ਉਹਨੇ ਮੈਨੂੰ ਕਿਹਾ ਵੀ ਯੈਸ ਯੂ ਆਰ ਕਰੈਕਟ, ਕਿ ਤੁਸੀਂ ਜ਼ਬਾਨੀ ਜਿਹੜੀ ਕੈਲਕੂਲੇਸ਼ਨ ਕਰਤੀ ਹੈ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਬਚਪਨ ਤੋਂ ਇਹ ਜਿਹੜਾ ਮੈਥੇਮੈਟਿਕਸ ਹੈ ਇਸ ਤਰੀਕੇ ਨਾਲ ਸਿਖਾਇਆ ਗਿਆ ਹੈਗਾ, ਜਿਹਨੂੰ ਆਪਾਂ ਕਹਿੰਦੇ ਆ ਪ੍ਰੈਕਟੀਕਲ ਮੈਥੇਮੈਟਿਕਸ। ਜੀ ਕਿ ਦੁਕਾਨ ਤੇ ਗਏ ਹੋ, ਕੋਈ ਚੀਜ਼ ਖਰੀਦੀ ਆ, ਉਹ ਕਿੰਨੇ ਦੀ ਚੀਜ਼ ਆ, ਕਿੰਨੇ ਪੈਸੇ ਦਿੱਤੇ ਆ, ਬਾਕੀ ਕਿੰਨੇ ਬਚਦੇ ਤੁਹਾਨੂੰ ਸਭ ਪਤਾ। ਮੇਰਾ ਮਤਲਬ ਕਹਿਣ ਦਾ ਇਹ ਆ ਕਿ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ, ਬਾਹਰਲੇ ਮੁਲਕਾਂ ਕੋਲ ਹੈਗੀਆਂ, ਉਹਨਾਂ ਤੇ ਮਾਣ ਹੋਣਾ ਚਾਹੀਦਾ ਔਰ ਇਹ ਇੱਛਾ ਹੋਣੀ ਚਾਹੀਦੀ ਆ ਵੀ ਇੱਥੇ ਵੀ ਹੋਣ। ਸੋ ਇਸ ਕਰਕੇ ਜੀ ਆਈਡੀਅਲ ਗੱਲਾਂ ਜਿਹੜੀਆਂ ਗਿੱਲ ਸਾਹਿਬ ਆਪਾਂ ਕਹਿ ਦਿੰਦੇ ਆ ਨਾ, ਆਈਡੀਅਲ ਗੱਲਾਂ ਕਰੀਏ ਤੇ ਉਹ ਵਿਹਾਰਕ ਗੱਲਾਂ ਬਣਦੀਆਂ ਨੇ। ਸੋ ਇਸ ਕਰਕੇ ਸਰ ਤੁਸੀਂ ਕੋਈ ਨਹੀਂ, ਮੈਂ ਗੱਲ ਕਰਦਾ, ਤੁਸੀਂ ਥੋੜ੍ਹਾ ਜਿਹਾ ਦੇਖ ਲਓ 1 ਮਿੰਟ। ਤੁਸੀਂ ਆਪੇ ਹੀ ਕਿਹਾ ਕਿ ਸਾਡੇ ਸਿਸਟਮ ਨੇ ਸਾਨੂੰ ਇੰਡੀਵਿਜੂਅਲਿਜ਼ਮ ਜਿਹੜਾ ਸਾਡੇ ਲਈ ਸਿਖਾ ਦਿੱਤਾ, ਸਾਨੂੰ ਭਾਰੂ ਕਰ ਦਿੱਤਾ, ਜਿਹਦੇ ਕਰਕੇ ਅਸੀਂ ਬਾਕੀ ਬੌਦਰ ਹੀ ਨਹੀਂ ਕਰਦੇ। ਨੇਬਰਹੁੱਡ ਦੀ ਬਹੁਤ ਗੱਲ ਕੀਤੀ ਜਾਂਦੀ ਆ, ਨੇਬਰਹੁੱਡ ਦਾ ਕਨਸੈਪਟ ਇੱਥੇ ਨਹੀਂ ਆ। ਜੁਆਇੰਟ ਫੈਮਿਲੀ ਦੀ ਕੋਈ ਇੱਥੇ ਗੱਲ ਨਹੀਂ ਆ। ਵੱਡਿਆਂ ਦਾ ਕੋਈ ਸਤਿਕਾਰ ਨਹੀਂ ਆ। ਹੋਊਗਾ, ਮੈਂ ਨਹੀਂ ਕਹਿੰਦਾ ਸਾਰਾ ਕੋਈ ਆਵਾ ਹੀ ਉਤ ਗਿਆ, ਬਹੁਤ ਸਾਰੇ ਲੋਕ ਕਰਦੇ ਆ, ਗੋਰਿਆਂ 'ਚ ਵੀ ਪਰਿਵਾਰ ਹੈਗੇ ਨੇ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ, ਬੱਚਿਆਂ ਦਾ ਪਾਲਣ ਪੋਸ਼ਣ ਚੰਗੇ ਢੰਗ ਨਾਲ ਹੁੰਦਾ ਆ। ਪਰ ਨਾਲ ਦੀ ਨਾਲ ਜਿਹੜੀਆਂ ਕੋਈ ਚੀਜ਼ਾਂ ਜਿਹਨੂੰ ਐਡਵਾਂਸਮੈਂਟ ਦੇ ਨਾਂ 'ਤੇ ਸਾਨੂੰ ਪੜ੍ਹਾਇਆ ਸਿਖਾਇਆ ਜਾ ਰਿਹਾ, ਬੋਡੀ ਦੇ ਪਾਰਟ ਬਾਰੇ ਦੱਸਿਆ ਜਾ ਰਿਹਾ, ਸੈਕਸ ਐਜੂਕੇਸ਼ਨ ਦਿੱਤੀ ਜਾ ਰਹੀ ਆ, ਵੱਡਿਆਂ ਦਾ ਟੀਚਰ ਨੂੰ ਟੀਚਰ ਦਾ ਨਾਂ ਲੈ ਕੇ ਸੰਬੋਧਨ ਕਰਨਾ, ਅਸੀਂ ਗੁਰੂ ਕਹਿੰਦੇ ਰਹੇ ਹਾਂ। ਅੱਜ ਵੀ ਸਾਡਾ ਕੋਈ ਟੀਚਰ ਪ੍ਰੋਫੈਸਰ ਸਾਡੇ ਜਦੋਂ ਕੋਈ ਅਸੀਂ 4 ਕਲਾਸਾਂ ਲਾਈਆਂ ਹੁਣ ਮਿਲ ਜੇ ਤੇ ਉਹਦੇ ਆਪਣੇ ਆਪ ਪੈਰ ਛੂਹਣ ਨੂੰ ਦਿਲ ਕਰਦਾ, ਕਰਦੇ ਵੀ ਆਪਾਂ ਦਿਲੋਂ ਸਤਿਕਾਰ ਕਰ ਰਹੇ ਹੁੰਦੇ ਹਾਂ। ਹਾਲਾਂਕਿ ਵੀ ਵਿਖਾਵਾ ਜ਼ਿਆਦਾ ਹੋ ਗਿਆ ਹੁਣ ਕਿ ਵੱਡਿਆਂ ਦੇ ਪੈਰਾਂ ਨੂੰ ਹੱਥ ਤੇ ਨਿਆਣੇ ਲਾਈ ਜਾਂਦੇ ਆ ਤੇ ਮਗਰੋਂ ਪੁੱਛਦੇ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਕਿਸੇ ਫੰਕਸ਼ਨ 'ਚ ਗਿਆ ਸੀਗਾ ਤੇ ਉੱਥੇ ਮੇਰੇ ਸ਼੍ਰੀਮਤੀ ਜੀ ਦੀ ਭੈਣ ਦਾ ਬੇਟਾ ਵੀ ਸੀਗਾ ਤੇ ਕੋਈ ਕਹਿੰਦੇ ਦੂਜੇ ਬੱਚੇ ਬਹੁਤ ਤੇਰਾ ਕੈਨੇਡਾ ਵਾਲਾ ਮਾਸੜ ਕਿਹੜਾ, ਕਹਿੰਦਾ ਇੱਥੇ ਫਿਰਦਾ ਹੋਣਾ ਨਿੱਕਾ ਜਿਹਾ ਇੱਕ, ਤੇ ਉੱਦਾਂ ਗੋਡਿਆਂ ਨੂੰ ਹੱਥ ਲਾਉਂਦੇ ਅੱਗੇ ਆ ਗਈ ਤੇ ਸਤਿਕਾਰ ਕੋਈ ਨਹੀਂ ਕਰਦਾ ਉੱਥੇ ਵੀ। ਤੇ ਮਗਰੋਂ ਜਦੋਂ ਤੱਕ ਤੁਸੀਂ ਸਾਹਮਣੇ ਨਹੀਂ ਹੁੰਦੇ ਤੇ ਪਹਿਲਾਂ ਤੇ ਗੋਡਿਆਂ ਨੂੰ ਹੱਥ ਲੱਗਦੇ ਆ ਤੇ ਜੋ ਸਾਹਮਣੇ ਨਹੀਂ ਹੁੰਦਾ ਉਹ ਬੁੜਾ ਕਹਿ ਕੇ ਸੰਬੋਧਨ ਕਰਦੇ ਆ ਸਾਰੇ।
ਹਾਲਾਤ ਇਦਾਂ ਦੇ ਬਣੇ ਆ। ਉੱਥੇ ਵੀ ਕੋਈ ਬਹੁਤ ਚੰਗਾ ਹੁਣ ਉਹ ਨਹੀਂ ਰਿਹਾ ਪੁਰਾਣੇ ਸਮੇਂ ਵਾਲਾ ਜਿਹੜੇ ਸਮੇਂ ਤੁਸੀਂ ਗੱਲ ਕਰ ਰਹੇ ਹੋ। ਸੋ ਚਾਹੀਦਾ ਤੇ ਆ ਕਿ ਸਰਬ ਵਿਆਪੀ ਗਿਆਨ ਥੋੜ੍ਹਾ ਬਹੁਤਾ ਜ਼ਰੂਰ ਸਾਡੀਆਂ ਕਲਾਸਾਂ 'ਚ ਹੋਣਾ ਚਾਹੀਦਾ। ਸਾਨੂੰ ਬਾਕੀ ਚੀਜ਼ਾਂ ਵੀ ਨਾਲ ਨਾਲ ਪੜ੍ਹਾਉਣੀਆਂ ਚਾਹੀਦੀਆਂ ਇਹਨਾਂ ਨੂੰ। ਇਕੱਲੇ ਇਹ ਮਸ਼ੀਨਾਂ ਤਿਆਰ ਨਾ ਕਰੀਏ। ਮਸ਼ੀਨਾਂ ਵੀ ਇੱਦਾਂ ਦੀਆਂ ਜਿਹੜੀਆਂ 12ਵੀਂ ਕਰਕੇ ਹੱਥ ਖੜੇ ਕਰ ਦਿੰਦੀਆਂ, ਹੁਣ ਨਹੀਂ ਮੈਂ ਪੜ੍ਹਨਾ ਗਾ, ਮੈਂ ਕੰਮ ਮਿਲ ਗਿਆ ਮੈਨੂੰ ਟਿਮ ਹੋਟਲ ਤੇ ਇਸ ਤਰ੍ਹਾਂ ਦੀ ਸਾਡੀ ਸੋਚ ਬਣੇ ਕਿ ਅਸੀਂ ਡਿਗਰੀਆਂ ਪੜ੍ਹਾਈਆਂ ਸਿਰਫ ਨੌਕਰੀਆਂ ਲੈਣ ਲਈ ਨਾ ਕਰੀਏ, ਇੱਕ ਚੰਗੇ ਮਨੁੱਖ ਬਣਨ ਲਈ ਕਰੀਏ ਤੇ ਫਿਰ ਬਿਹਤਰ ਰਹੇਗਾ। ਇਹ ਵੀ ਇੱਕ ਆਈਡੀਅਲ ਜੀ ਗੱਲ ਹੀ ਆ। ਖੈਰ ਮੈਂ ਵੀ ਤੁਹਾਡੀ ਕਹਾਂ ਜਾਂ ਬਣਾਉਣ ਲਈ ਕਰਤੀ। ਇਹ ਤਾਂ ਤੁਹਾਡੀ ਬਿਲਕੁਲ ਆਈਡੀਅਲ ਗੱਲ ਹੈ ਜੀ, ਬਹੁਤ ਆਦਰਸ਼ਕ ਗੱਲ ਹੈਗੀ ਆ ਕਿ ਅਸੀਂ ਮਨੁੱਖ ਪੈਦਾ ਕਰਨਾ ਆ, ਮਸ਼ੀਨ ਨਹੀਂ ਪੈਦਾ ਕਰਨੀ। ਪਰ ਅਨਫੋਰਚੂਨੇਟਲੀ ਜਿਹੜਾ ਕਾਰਪੋਰੇਟ ਜਗਤ ਆ ਉਹ ਮਸ਼ੀਨਾਂ ਪੈਦਾ ਕਰਨ ਦੇ ਵਿੱਚ ਯਕੀਨ ਰੱਖਦਾ ਆ, ਉਹ ਬੰਦੇ ਪੈਦਾ ਕਰਨ ਦੇ ਵਿੱਚ ਯਕੀਨ ਨਹੀਂ ਰੱਖਦਾ, ਕਿਉਂਕਿ ਉਹਨੂੰ ਪਤਾ ਆ ਕਿ ਜੇ ਬੰਦੇ ਬਣ ਗਏ ਤਾਂ ਫਿਰ ਮੇਰੇ ਮੁਨਾਫੇ ਵਾਲੇ ਜਿਹੜੇ ਪ੍ਰੋਜੈਕਟ ਆ, ਜਿਹੜੇ ਮੁਨਾਫੇ ਵਾਲੇ ਮੇਰੇ ਕੰਮ ਆ, ਉਹ ਨਹੀਂ ਸਿਰੇ ਚੜਨਗੇ। ਇਸ ਕਰਕੇ ਸਾਡਾ ਜਿਹੜਾ ਕਿਸੇ ਨਾ ਕਿਸੇ ਕੋਈ 100 ਚੋਂ ਇੱਕ ਬੰਦੇ ਤੇ ਤਾਂ ਗੱਲ ਅਸਰ ਕਰਦੀ ਹੋਊਗੀ ਨਾ, ਭਈ ਬੰਦਾ ਹੀ ਜਿਹੜਾ ਜੀ ਉਹ ਧਰਤੀ ਨੂੰ ਸਵਾਰ ਸਕਦਾ, ਬੰਦਾ ਹੀ ਸੁਸਾਇਟੀ ਨੂੰ ਸਵਾਰ ਸਕਦਾ ਆ। ਮਸ਼ੀਨਾਂ ਸੁਸਾਇਟੀ ਨੂੰ ਨਹੀਂ ਸਵਾਰ ਸਕਦੀਆਂ। ਤੇ ਮਸ਼ੀਨਾਂ ਨੂੰ ਡਾਇਰੈਕਸ਼ਨ ਦੇਣ ਵਾਲੇ, ਚਲਾਉਣ ਵਾਲੇ ਜੇ ਮਨੁੱਖਤਾ ਦੇ ਹਾਮੀ ਹੋਣਗੇ, ਉਹਨਾਂ ਵਿੱਚ ਹਿਊਮਨਟੇਰੀਅਨ ਮਨੁੱਖਵਾਦੀ ਕਦਰਾਂ ਕੀਮਤਾਂ ਹੋਣਗੀਆਂ, ਤਾਂ ਹੀ ਇਹ ਧਰਤੀ ਜਿਹੜੀ ਹੈਗੀ ਆ ਉਹ ਬਚ ਸਕੇਗੀ, ਤਾਂ ਹੀ ਇਹ ਕੁਦਰਤ ਜਿਹੜੀ ਹੈਗੀ ਆ ਇਹਦਾ ਬਚਾਅ ਹੋ ਸਕੇਗਾ। ਪਰ ਸਭ ਇੱਕ ਜਾਂਦਿਆਂ ਮੈਨੂੰ ਸਟੋਰੀ ਚੇਤੇ ਆ ਰਹੀ ਆ, ਟਾਈਮ ਤੇ ਆਪਣਾ ਹੋ ਗਿਆ। ਰਣਵੀਰ ਰਾਣਾ ਨੇ ਨਾ, ਇੱਕ ਆਪਣੇ ਅੱਛੇ ਕਲਾਕਾਰ ਨੇ, ਉਹਨਾਂ ਨੇ ਇੱਕ ਸਟੋਰੀ ਸੋਸ਼ਲ ਮੀਡੀਆ ਤੇ ਸਟੋਰੀ ਪਾਈ, ਬੜੀ ਆਪਣੀ ਗੱਲ ਦੇ ਨਾਲ ਜੁੜਦੀ ਆ, ਮੈਂ ਉਹ ਵੀ ਸਾਂਝੀ ਕਰ ਲਾਂ। ਉਹ ਕਹਿੰਦੇ ਆ ਕਿ ਇੱਕ ਬੰਦਾ ਕਿਸੇ ਆਪਣੇ ਬਹੁਤ ਦਫ਼ਤਰ ਦੇ ਕੰਮ 'ਚ ਬਿਜੀ ਸੀਗਾ ਤੇ ਉਹਦਾ ਬੱਚਾ ਬਾਰ-ਬਾਰ ਉਹਨੂੰ ਤੰਗ ਕਰ ਰਿਹਾ ਸੀਗਾ, ਉਹਨੂੰ ਕੰਮ ਨਹੀਂ ਸੀ ਕਰਨ ਦੇ ਰਿਹਾ। ਉਹ ਫਿਰ ਆ ਕੇ ਕੁਛ ਨਾ ਕੁਛ ਪੁੱਛਦਾ ਸੀ, ਘੜੀ ਮੁੜੀ ਉਹਨੂੰ ਡਿਸਟਰਬ ਕਰਦਾ ਸੀ। ਉਹਨੇ ਉਹਨੂੰ ਬੱਚੇ ਨੂੰ ਲਾਂਭੇ ਕਰਨ ਲਈ ਨਾ ਨੇੜੇ ਪਏ ਇੱਕ ਮੈਗਜ਼ੀਨ 'ਚੋਂ ਵਰਡ ਦਾ ਨਕਸ਼ਾ ਕੱਢਿਆ ਪੇਪਰ, ਤੇ ਉਹਦੇ 5 7 8 ਟੋਟੇ ਕਰਕੇ ਤੇ ਉਹਨੂੰ ਫੜਾਤੇ। ਕਹਿੰਦਾ ਲੈ ਬੇਟਾ ਤੂੰ ਆਹ ਨਕਸ਼ਾ ਦੁਬਾਰਾ ਜੋੜ ਕੇ ਲਿਆ। ਯਾਨੀ ਕਿ ਉਹਨੂੰ ਐਂ ਲੱਗਿਆ ਕਿ ਘੰਟਾ 2 ਘੰਟੇ ਲੱਗਾ ਰਹੂਗਾ, ਨਕਸ਼ਾ ਜੋੜਦਾ ਰਹੂਗਾ ਦੁਨੀਆ ਦਾ, ਤੇ ਉਹਦੀ ਪੜ੍ਹਾਈ ਵੀ ਹੋ ਜੂਗੀ ਤੇ ਮੇਰੇ ਵੀ ਉਹ ਕਿਸਮ ਦਾ ਮੈਨੂੰ ਡਿਸਟਰਬ ਕਰਨੋਂ ਹਟ ਜੂਗਾ। ਤੇ ਉਹ ਮੁੰਡਾ 5 ਮਿੰਟਾਂ 'ਚ ਹੀ ਉਹ ਨਕਸ਼ਾ ਜੋੜ ਕੇ ਲੈ ਆਇਆ। ਕਹਿੰਦਾ ਲਓ ਜੀ ਮੈਂ ਨਕਸ਼ਾ ਜੋੜ ਕੇ ਵੀ ਲੈ ਆਂਦਾ। ਕਹਿੰਦਾ ਇੰਨੀ ਜਲਦੀ ਕਿੱਦਾਂ ਜੋੜ ਲਿਆ? ਉਹ ਕਹਿੰਦਾ ਇਹਦੇ ਪੁੱਠੇ ਪਿਛਲੇ ਪਾਸੇ ਦੇਖੋ, ਇਹਦੇ 'ਤੇ ਇੱਕ ਬੰਦਾ ਬਣਿਆ ਵਾ, ਮੈਂ ਨਕਸ਼ੇ ਵਾਲ ਤੇ ਵੇਖਿਆ ਹੀ ਨਹੀਂ, ਮੈਂ ਬੰਦੇ ਦੇ ਪਾਰਟ ਸਿੱਧੇ ਕਰਕੇ ਜੋੜਤੇ ਤੇ ਬੰਦਾ ਬਣ ਗਿਆ ਤੇ ਵਰਡ ਵੀ ਬਣ ਗਿਆ। ਤੇ ਇਹੋ ਹੀ ਉਹਦਾ ਮਿਸਾਲ ਸੀਗੀ ਕਿ ਜੇ ਬੰਦਾ ਬਣ ਗਿਆ ਨਾ ਤੇ ਸਾਰੀ ਦੁਨੀਆ ਦਾ ਨਕਸ਼ਾ ਵੀ ਜਿਹੜਾ ਉਹ ਆਪਣੇ ਆਪ ਬਣ ਜੂਗਾ। ਜਿੰਨਾ ਚਿਰ ਬੰਦਾ ਨਹੀਂ ਬਣਦਾ ਉਹਨਾਂ ਚਿਰ ਨਾ ਦੁਨੀਆ ਦੀ ਹੋਂਦ ਹੈ, ਨਾ ਕਿਸੇ ਕੰਟਰੀ ਦੀ ਹੋਂਦ ਹੈ, ਨਾ ਕਿਸੇ ਹੋਰ ਚੀਜ਼ ਦੀ, ਨਾ ਸਾਡੇ ਸਮਾਜ ਦੀ, ਨਾ ਸਾਡੇ ਪਰਿਵਾਰ ਦੀ। ਸਭ ਤੋਂ ਜ਼ਰੂਰੀ ਆ ਬੰਦੇ ਦਾ ਬੰਦਾ ਬਣਨਾ। ਬਹੁਤ ਵਧੀਆ ਜੀ, ਇਹ ਸੰਦੇਸ਼ ਬਹੁਤ ਵਧੀਆ ਆ ਤੇ ਸਟੋਰੀ ਵੀ ਤੁਹਾਡੀ ਬਹੁਤ ਵਧੀਆ ਆ, ਤੇ ਸਾਡੀ ਵੀ ਇੱਛਾ ਇਹੋ ਹੀ ਆ ਵੀ ਬੰਦਾ ਬਣੇ ਭਾਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲੋ ਸਾਹਿਬ, ਬਹੁਤ ਸ਼ੁਕਰੀਆ। ਅੱਜ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਅੱਜ ਪਤਾ ਲੱਗਿਆ ਕਿ ਕਿਸੇ ਪ੍ਰੋਫੈਸਰ ਵਿਦਵਾਨ ਨਾਲ ਗੱਲਾਂ ਕਰ ਰਹੇ ਆ, ਨਹੀਂ ਤਾਂ ਖਬਰਾਂ ਤੇ ਰੋਜ਼ ਹੀ ਪੜ੍ਹਦੇ ਆ। ਚੰਗਾ ਜੀ, ਬਹੁਤ ਵਧੀਆ ਲੱਗਿਆ। ਇਦਾਂ ਵਿਦਵਤਾ ਵਾਲੀਆਂ ਗੱਲਾਂ ਸਾਨੂੰ ਦੱਸਦੇ ਰਿਹਾ ਕਰੋ, ਸਾਡੀ ਵੀ ਅਕਲ 'ਚ ਕੋਈ ਅੱਖਰ ਆ ਜੇ। ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ। ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ।